ਨਾ ਮੇਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ। ਸੱਚੇ ਰਤਾ ਸੱਚ ਪੜ ਕਿਥੋਂ ਜੋ ਕਹਿ ਰਹੇ ਮੈਂ ਸੁਮਾਵੇ, ਜਨ ਸਭ ਹੱਸ ਕੇ ਕੌਣ ਕੀਮਤ ਪਾਵੇ, ਕਹੀਂ ਤੈਨ ਸੁਨਤ ਸੇ ਪਕ ਸੁਹਾਵੇ। ਸਾਹਿਬ ਦੁਸ ਲਗਨ ਲਾਵੇ, ਸੱਚ ਪੂਰੇ ਗੁਰੇ ਉਪਦੇਸ ਆਓ, ਸੱਚ ਪੂਰੇ ਗੁਰੇ ਉਪਦੇਸ ਆਓ। ਨਾਨਕ ਸੁਨਾਵੇ ਸੱਚ ਪੂਰੇ ਗੁਰੇ ਉਪਦੇਸ ਆਓ, ਨਾਨਕ ਸੁਨਾਵੇ ਸੱਚ ਪੂਰੇ ਉਪਦੇਸ ਆਓ, ਨਾਨਕ ਸੁਨਾਵੇ ਸੱਚ ਪੂਰੇ ਗੁਰੇ ਉਪਦੇਸ ਆਓ, ਨਾਨਕ ਸੁਨਾਵੇ। ਕਿੱਥੋਂ ਕੇ ਕਹਿ ਰੇ ਕਹਿ ਮੈਂ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਕਹਿਣ ਧਿਆਨ ਸੁਨਤ ਸੇ ਪਗ ਸੁਹਾਵੇ, ਅਗਮ ਗੋਚਰ ਸਾਹਿਬੋ ਦੁਸ ਲਵਨ ਲਾਵੇ। ਸੱਚ ਪੂਰੇ ਗੁਰ ਉਪਦੇਸਿਆ, ਨਾਨਕ ਸੁਨਾਵੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ, ਦਿਵਸ ਰਾਤ ਦੁਇਦਾ ਏਦਾ ਖੇਲੇ ਸਗਲੂ ਜਗਤ। ਚੰਗਿਆਈਆਂ ਬੁਰਿਆਈਆਂ ਵਿੱਚ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਈ ਨ ਸਕਤ ਕਾਲ, ਨਾਨਕ ਤੇ ਮੁਕੇ ਉਜਲੇ ਕੀਤੀ ਛੁਟੇ ਨਾਲ। ਨਾਨਕ ਤੇ ਮੁਕੇ ਉਜਲੇ ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗੁਰੂ ਨਾਨਕ ਪਦ ਬੰਦਨ ਸਿਮਰੋ ਅੰਗਦ, ਗੁਰ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ
ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਕਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਗੁਰ ਚਰਨ 176 ਸਿਰ, ਸਦਾ ਅਟਲ ਜਿਹ ਛਾਏ। ਆਤਪ ਯਮ ਕੀ ਯਾਤਨਾ, ਕਿਉ ਸਮੀਪ ਸੋ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਾਹਿਬ ਨੌਵੇਂ ਗੁਰਦੇਵ ਤਿਲਕ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਸੰਧਿਆ ਵੇਲੇ ਦੇ ਦੀਵਾਨਾਂ 'ਚ ਜੁੜ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਪਹਿਲੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰਾਂ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਪਟਨਾ ਸਾਹਿਬ ਦੀ ਧਰਤੀ ਨੂੰ ਸਤਿਗੁਰਾਂ ਨੇ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਹੈ। ਸਾਲਸਰਾਏ ਜੌਹਰੀ ਨੂੰ ਕਿਰਤਾਰਥ ਕੀਤਾ। ਬੜੀ ਵੱਡੀ ਪ੍ਰੀਖਿਆ ਲਈ ਹੈ ਸਾਲਸਰਾਏ ਕੋਲੋਂ। ਮਹਾਰਾਜ ਜੀ ਨੂੰ ਬੇਨਤੀ ਕਰਕੇ ਭਾਈ ਸਾਲਸਰਾਏ ਜੀ ਕਹਿੰਦੇ, ਸਤਿਗੁਰੂ ਕਿਰਪਾ ਕਰੋ, ਮੈਨੂੰ ਬੰਧਨ ਮੁਕਤ ਕਰੋ। ਗੁਰਦੇਵ ਕਹਿੰਦੇ, ਸਾਲਸਰਾਏ ਜੀ ਆ ਤੁਹਾਡਾ ਨੌਕਰ ਹੈ ਗੋਲਾ, ਇਹਦੇ ਚਰਨਾਂ ਤੇ ਮੱਥਾ ਟੇਕੋ। ਇਹ ਪਰਖ ਸੀ ਕਿ ਇੱਕ ਮਾਲਕ ਆਪਣੇ ਨੌਕਰ ਦੇ ਪੈਰਾਂ ਤੇ ਮੱਥਾ ਟੇਕਦਾ, ਬਚਨ ਪਾਲਦਾ ਗੁਰੂ ਦਾ। ਸਾਲਸਰਾਏ ਦਾ ਅੱਗੋਂ ਕਹਿਣਾ ਸੀ, ਮਹਾਰਾਜ ਮੈਂ ਤਾਂ ਇਹਦੇ ਕੂਕਰ ਦੇ ਚਰਨਾਂ ਤੇ ਵੀ ਨਮਸਕਾਰ ਕਰਨ ਨੂੰ ਤਿਆਰ ਹਾਂ, ਤੁਸੀਂ ਹੁਕਮ ਕਰੋ। ਗੁਰਦੇਵ ਨੇ ਭਾਈ ਸਾਲਸਰਾਏ ਨੂੰ ਵਡਿਆਈ ਦਿੱਤੀ, ਆਖਿਆ ਤੇਰਾ ਦਰਕਾ ਸਾਡੇ ਕੋਲ ਪਹਿਲਾਂ ਆਇਆ ਸੀ, ਪਰ ਤੁਸੀਂ ਮਾਲਕ ਹੋਏ ਸੇਵਕ ਹੈ। ਦੁਨੀਆ ਦੀ ਮਰਿਆਦਾ ਨੂੰ ਨਿਭਾਉਂਦਿਆਂ ਤੁਸੀਂ ਪਹਿਲਾਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰੋ, ਤੁਹਾਨੂੰ ਅਸੀਂ ਪ੍ਰਚਾਰਕ ਦੀ ਮੰਜੀ ਦਿੰਦੇ ਹਾਂ। ਕੁਝ ਸਮੇਂ ਬਾਅਦ ਤੁਸੀਂ ਇਹ ਸਰੀਰ ਤਿਆਗ ਦੇਣਾ ਤੇ ਇਹ ਮੰਜੀ ਆਪਣੇ ਇਸ ਅਧਰਕੇ ਨੂੰ ਦੇ ਦੇਣੀ। ਫਿਰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਚਾਰ ਪ੍ਰਸਾਰ ਕਰਨਗੇ। ਇਹ ਉਪਦੇਸ਼ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਕੁਝ ਦਿਨ ਸ੍ਰੀ ਪਟਨਾ ਸਾਹਿਬ ਰਹਿ ਕੇ ਸਤਿਗੁਰੂ ਜੀ ਇੱਥੋਂ ਅੱਗੇ ਵਿਦਾ ਹੋਏ ਨੇ।
ਜਿਹੜੇ ਜਿਹੜੇ ਜੀਵਾਂ ਦਾ ਸਤਿਗੁਰੂ ਜੀ ਪਾਰ ਉਤਾਰਾ ਕਰ ਰਹੇ ਨੇ ਉਹ ਜਨਮ ਸਾਖੀ ਵਿੱਚ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਥਨ ਕਰ ਰਹੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨ ਸੋ ਛਤਰ ਸਿਰ ਸਦਾ ਅਟਲ ਜੇ ਛਾਏ। ਮਹਾਕਵੀ ਜੀ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਦਾ ਮੰਗਲਾ ਚਰਨ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲ ਉਹ ਮਾਨੋ ਅਟਲ ਛਾਇਆ ਹੈ ਜਿਹੜੀ ਕਦੇ ਨਾ ਟਲਣ ਵਾਲੀ। ਉਹ ਅਟਲ ਛਾਇਆ ਹੈ ਸਾਡੇ ਸੀਸ ਉੱਤੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛਾਂ। ਦੁਨੀਆ ਵਿੱਚ ਜਿੰਨੀਆਂ ਵੀ ਛਾਵਾਂ ਨੇ ਦਰਖਤਾਂ ਦੀਆਂ ਇਮਾਰਤਾਂ ਦੀਆਂ ਉਹ ਟਲ ਜਾਂਦੀਆਂ ਨੇ, ਉਹ ਸदैवी ਨਹੀਂ ਨੇ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਛਾਂ ਹੈ ਛਤਰ ਉਹ ਸਾਡੇ ਸੀਸ ਤੇ ਹੈ ਔਰ ਇਹਦੀ ਛਾਂ ਸदैवी ਹੈ ਅਟਲ ਹੈ। ਆਤਪ ਯਮ ਕੀ ਯਾਤਨਾ ਕਿਉ ਸਮੀਪ ਸੋ ਆਏ। ਹੁਣ ਜਦੋਂ ਸਿਰ ਤੇ ਛਾਂ ਹੋਵੇ ਧੁੱਪ ਤਾਂ ਨਹੀਂ ਆ ਸਕਦੀ, ਛਤਰ ਹੋਵੇ ਸਿਰ ਤੇ ਫਿਰ ਧੁੱਪ ਨਹੀਂ ਆਉਂਦੀ। ਕਹਿੰਦੇ ਜਿਹੜੇ ਜੰਮ ਨੇ ਉਹਨਾਂ ਜੰਮਾਂ ਦੀ ਜਿਹੜੀ ਤਾੜਨਾ ਹੁੰਦੀ ਹੈ ਉਹ ਹੈ ਧੁੱਪ। ਜੰਮਾਂ ਵੱਲੋਂ ਕੀਤੀ ਹੋਈ ਤਾੜਨਾ ਦੀ ਜਿਹੜੀ ਧੁੱਪ ਹੈ ਉਹ ਹੁਣ ਸਾਡੇ ਤੇ ਨਹੀਂ ਵਿਆਪਦੀ, ਉਹ ਹੁਣ ਸਾਨੂੰ ਨਹੀਂ ਦੁੱਖ ਦੇ ਸਕਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛਾਂ ਦਾ ਛਤਰ ਸਾਡੇ ਸੀਸ ਤੇ ਝੁਲਦਾ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਬਾਸੁਰ ਕਿਤਕ ਬਿਸਵੰਬਰ ਮਾਹੀ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਬਿਸੰਬਰਪੁਰ ਨਗਰ ਵਿੱਚ ਰਹੇ ਹਨ। ਰਹਿ ਦੁਰਮਤ ਬਹੁ ਨਰ ਕੀ ਦਾਹੀ। ਇੱਥੇ ਰਹਿ ਕੇ ਅਨੇਕਾਂ ਜੀਵਾਂ ਦੀ ਜਿਹੜੀ ਖੋਟੀ ਮੱਤ ਹੈ ਉਹਦਾ ਸਤਿਗੁਰਾਂ ਨੇ ਨਾਸ ਕੀਤਾ ਹੈ। ਦੁਰਮਤ ਦਾ ਨਾਸ ਕਰਕੇ ਗੁਰਮਤ ਦਾ ਪ੍ਰਕਾਸ਼ ਕੀਤਾ ਹੈ। ਮੁਕਤ ਪੰਥ ਸਿੱਖੀ ਪ੍ਰਗਟਾਈ। ਮੁਕਤੀ ਦਾ ਜਿਹੜਾ ਪੰਥ ਹੈ ਉਹ ਸਿੱਖੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ 'ਚ ਪ੍ਰਗਟ ਕੀਤੀ ਹੈ। ਸਿਮਰਹਿ ਸਤ ਨਾਮ ਸੁਖਦਾਈ। ਸੱਚੇ ਨਾਮ ਦਾ ਸਿਮਰਨ ਕਰਦੇ ਐ ਜਿਹਦੇ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਸੱਚਾ ਨਾਮ ਅਕਾਲ ਪੁਰਖ ਪਰਮੇਸ਼ਰ ਦਾ ਸੁਖਦਾਈ ਹੈ। ਏਕ ਦਿਵਸ ਬੈਸੇ ਗਤ ਦਾਨੀ। ਇੱਕ ਦਿਨ ਦਾ ਬਚਨ ਹੈ ਕਿ ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਬੋਲਿਓ ਮਰਦਾਨਾ ਅਸਬਾਨੀ। ਭਾਈ ਸਾਹਿਬ ਭਾਈ ਮਰਦਾਨਾ ਜੀ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ, ਇਸੇ ਸਥਾਨ ਰਹਿਣ ਤੁਮ ਆਏ। ਜਦੋਂ ਕੁਝ ਦਿਨ ਮਹਾਰਾਜ ਜੀ ਨੂੰ ਬੀਤ ਗਏ ਨਾ ਬਿਸੰਬਰਪੁਰ, ਮਹਾਰਾਜ ਜੀ ਇੱਕ ਦਿਨ ਬੈਠੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਇਸੇ ਨਗਰ ਵਿੱਚ ਰਹਿਣ ਵਾਸਤੇ ਆਏ ਸੀ ਇੰਨਾ ਪੈਂਡਾ ਤੈਅ ਕਰਕੇ। ਜਦੋਂ ਅੱਗੇ ਕਿਉਂਕਿ ਸਤਿਗੁਰੂ ਜੀ ਕੁਝ ਸਮਾਂ ਠਹਿਰਦੇ ਤੇ ਚੱਲ ਪੈਂਦੇ ਸੀ। ਇੱਥੇ ਕੁਝ ਦਿਨ ਮਹਾਰਾਜ ਜੀ ਅਟਕ ਗਏ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਸੇ ਨਗਰ 'ਚ ਰਹਿਣ ਆਏ ਸੀ, ਇੱਥੇ ਹੀ ਨਿਵਾਸ ਕਰਨਾ ਸੀ, ਆਪ ਜੀ ਨੇ ਇੰਨਾ ਪੈਂਡਾ ਤੈਅ ਕੀਤਾ ਹੈ। ਦੇਖਿਓ ਨਗਰ ਰੁਚਿਰ ਮਨ ਭਾਏ। ਲੱਗਦਾ ਮਹਾਰਾਜ ਜੀ ਇਹ ਨਗਰ ਬੜਾ ਸੋਹਣਾ ਲੱਗਾ ਤੁਹਾਨੂੰ ਤੇ ਬੜਾ ਸੁੰਦਰ ਹੈ। ਮੈਂ ਵੀ ਵੇਖਿਆ ਮਹਾਰਾਜ, ਬੜਾ ਸੋਹਣਾ ਨਗਰ ਹੈ ਤੇ ਜਾਪਦਾ ਤੁਹਾਡੇ ਵੀ ਮਨ ਨੂੰ ਭਾਉਂਦਾ। ਕਹਿ ਤੁਮ ਨਿਕਸੇ ਹੋਏ ਉਦਾਸੀ। ਜਾਂ ਫਿਰ ਮਹਾਰਾਜ ਜੀ ਤੁਸੀਂ ਉਦਾਸੀ ਉਪਰਾਮਤਾ ਧਾਰਨ ਕਰਕੇ ਘਰੋਂ ਨਿਕਲੇ ਹੋ। ਪਰਚ ਰਹੇ ਕਰ ਰਿਦਾ ਬਿਲਾਸੀ। ਤੇ ਇਸ ਨਗਰ ਵਿੱਚ ਆ ਕੇ ਪਰਚ ਗਏ ਹੋ, ਇੱਥੇ ਤੁਹਾਡਾ ਹਿਰਦਾ ਲੱਗ ਗਿਆ ਹੈ। ਅਪਰ ਦੇਸ਼ ਕੀ ਜੈ ਸੈਲਾ। ਮਹਾਰਾਜ ਜੀ ਜਿਹੜੇ ਹੋਰ ਦੇਸ਼ ਨੇ ਉਹਨਾਂ ਦੀ ਜਿਹੜੀ ਸੈਰ ਹੈ। ਜਿਤ ਇੱਛਾ ਗਮ ਨ ਹੋ ਤਿਤ ਗਹਿਲਾ। ਮਹਾਰਾਜ ਜੀ ਕੀ ਉਧਰ ਜਾਣਾ ਕਿਤੇ ਜਿੱਧਰ ਆਪ ਜੀ ਦੀ ਜਾਣ ਦੀ ਇੱਛਾ ਹੋਵੇ। ਮੈਂ ਸੁਨ ਕਰ ਮਨ ਮਾਹੇ ਵਿਚਾਰੀ। ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਵਿਚਾਰ ਕੀਤੀ। ਡੂਮ ਬਾਨ ਇਨ ਨਾਹੇ ਵਿਸਾਰੀ। ਕਿ ਭਾਈ ਮਰਦਾਨੇ ਦੀ ਜਿਹੜੀ ਮਰਿਆਦਾ ਪਰਿਵਾਰ ਦੀ ਹੈ ਕੁਲ ਰੀਤੀ
ਉਹ ਨਹੀਂ ਇਹਨਾਂ ਨੇ ਛੱਡੀ, ਉਹ ਨਹੀਂ ਇਹਨਾਂ ਨੇ ਤਿਆਗੀ। ਏਤੀ ਮਹਿਮਾ ਨੈਣ ਨਿਹਾਰੀ। ਸਤਿਗੁਰਾਂ ਦੀ ਪ੍ਰਤੱਖ ਮਹਿਮਾ ਭਾਈ ਮਰਦਾਨਾ ਜੀ ਨੇ ਆਪਣੇ ਨੇਤਰਾਂ ਨਾਲ ਵੇਖੀ ਹੈ। ਤਦਪਨ ਰਹਿਤ ਹੋਏ ਅਨੁਸਾਰੀ। ਫਿਰ ਵੀ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਨਹੀਂ ਰਹਿੰਦੇ। ਭਾਈ ਮਰਦਾਨਾ ਜੀ ਦਾ ਤਾਂ ਮਨ ਨਹੀਂ ਸੀ ਨਾ, ਉਹਨਾਂ ਨੂੰ ਤਾਂ ਨਹੀਂ ਸੀ ਚਾਹੀਦਾ ਪੁੱਛਣਾ ਮਹਾਰਾਜ ਜੀ ਵੀ ਇੱਥੇ ਦਿਲ ਲੱਗ ਗਿਆ, ਤੁਹਾਡਾ ਜਾਣਾ ਨਹੀਂ ਕਿਤੇ। ਸਿੱਖ ਦਾ ਤਾਂ ਕੰਮ ਹੈ ਗੁਰੂ ਦੀ ਆਗਿਆ 'ਚ ਰਹਿਣਾ। ਸਤਿਗੁਰਾਂ ਨੂੰ ਸਵਾਲ ਜਵਾਬ ਨਹੀਂ ਕਰਨੇ ਸਿੱਖ ਨੇ। ਹਾਂ, ਜਗਿਆਸਾ ਵਾਸਤੇ ਆਪਣੇ ਅੰਦਰ ਦੀ ਖੇਡ ਪੁੱਛਣੀ ਉਹ ਪੁੱਛ ਸਕਦੇ ਆ, ਪਰ ਗੁਰੂ ਸਾਹਿਬ ਦੇ ਕੀਤੇ ਉੱਤੇ ਕਿੰਤੂ ਕਰਨਾ, ਮਹਾਰਾਜ ਜੀ ਇਦਾਂ ਕਿਉਂ ਕਰਦੇ ਹੋ, ਇਹ ਸਿੱਖ ਦਾ ਕਰਤੱਵ ਨਹੀਂ ਹੈ। ਤੋ ਮਹਾਰਾਜ ਜੀ ਭਾਈ ਬਾਲਾ ਜੀ ਵਿਚਾਰ ਕਰ ਰਹੇ ਨੇ ਵੀ ਮਰਦਾਨੇ ਦਾ ਸੁਭਾਅ ਹੀ ਇਹੋ ਜਿਹਾ, ਜਨਮ ਦੇ ਸੰਸਕਾਰ ਹੁੰਦੇ ਨੇ, ਉਹ ਜਨਮ ਸੰਸਕਾਰ ਜਿਹੜੇ ਨੇ ਉਹ ਨਹੀਂ ਮਿਟਦੇ। ਸ਼੍ਰੀ ਗੁਰ ਭਨੈ ਚਲਹੋ ਮਰਦਾਨਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਮਰਦਾਨਾ ਜੀ ਨੂੰ ਕਹਿਣ ਲੱਗੇ, ਚੱਲ ਮਰਦਾਨਿਆਂ ਫਿਰ ਚੱਲੀਏ। ਦੇਖੋ ਸੈਲ ਕਰੋ ਬਿਦਨਾਨਾ। ਚੱਲ ਸੈਲ ਕਰੀਏ ਪ੍ਰਮਾਤਮਾ ਦੀ ਬਣਾਈ ਇਸ ਧਰਤੀ ਦਾ, ਤੇ ਇੱਥੋਂ ਦੇ ਜਿਹੜੇ ਨਗਰ ਨੇ, ਸ਼ਹਿਰ ਨੇ, ਉਹ ਚੱਲ ਕੇ ਵੇਖੀਏ। ਦੇਹਪੁਰ ਤੇ ਹੋਏ ਬਿਦਾ ਪਿਆਨੇ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਬਿਸੰਪਰਪੁਰ ਨਗਰ ਯਾਨੀ ਕਿ ਪਟਨਾ ਸਾਹਿਬ ਤੋਂ ਚੱਲੇ ਹਨ। ਭਗਤ ਜਗਤ ਮਹਿ ਜਿਨ ਪ੍ਰਗਟਾਨੇ। ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਪਰਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਨੂੰ ਸਾਰੇ ਜਗਤ ਵਿੱਚ ਪ੍ਰਗਟਾਇਆ। ਗੁਰੂ ਨਾਨਕ ਸਾਹਿਬ ਨੇ ਨਿਰੰਕਾਰ ਦੀ ਭਗਤੀ ਦਾ ਪ੍ਰਕਾਸ਼ ਕੀਤਾ ਹੈ। ਗਮਨੇ ਮਾਰਗ ਮਹਿ ਗਤ ਦਾਈ। ਮੁਕਤੀ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤੇ 'ਚ ਜਾ ਰਹੇ ਨੇ। ਕਿਤਕ ਕੋਸ ਪਰ ਪਹੁੰਚੇ ਜਾਈ। ਕੁਝ ਕੁ ਕੋਹ ਦਾ ਪੈਂਡਾ ਸਤਿਗੁਰੂ ਗਰੀਬ ਨਵਾਜ ਜੀ ਨੇ ਜਦੋਂ ਤੈਅ ਕੀਤਾ, ਆਗੇ ਸਾਗਰ ਕੋ ਤਟ ਦੇਖਾ। ਅੱਗੇ ਸਮੁੰਦਰ ਦਾ ਵਿਸਥਾਰ ਵੇਖਿਆ ਕਿ ਸਮੁੰਦਰ ਫੈਲਿਆ ਹੋਇਆ, ਦੂਰ ਤੱਕ ਸਮੁੰਦਰ ਹੀ ਸਮੁੰਦਰ ਨਜ਼ਰ ਆ ਰਿਹਾ ਹੈ। ਲਗਿਓ ਜਾਏ ਸੋ ਮੱਛ ਬਿਸੇਖਾ। ਕਹਿੰਦੇ ਉੱਥੇ ਸਮੁੰਦਰ ਦੇ ਵਿੱਚ ਇੱਕ ਬੜੇ ਵਿਸ਼ਾਲ ਆਕਾਰ ਦਾ ਮੱਛ ਹੈ। 35 ਕੋਸ ਹੋ ਤੋ ਬਿਸਤਾਰਾ। ਕਹਿੰਦੇ ਜਿਸ ਦਾ 35 ਕੋਹ ਤੱਕ ਲੰਮਾ ਵਿਸਥਾਰ ਹੈ। ਪੀਠ ਤਾਹਿ ਕੀ ਚੜੇ ਉਦਾਰਾ। ਮੁਕਤੀ ਦਾਤੇ ਸਤਿਗੁਰੂ ਜੀ ਉਸ ਮੱਛ ਦੀ ਪਿੱਠ ਤੇ ਜਾ ਚੜੇ ਹਨ। ਚੜ ਕਰ ਬੋਲੇ ਦੀਨ ਦਇਆਲਾ। ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਉਸ ਮੱਛ ਦੀ ਪਿੱਠ ਤੇ ਚੜ ਕੇ ਬੋਲੇ, ਸੁਨੋ ਬੈਨ ਮਰਦਾਨਾ ਬਾਲਾ। ਮਹਾਰਾਜ ਜੀ ਕਹਿੰਦੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਸੁਣੋ, ਅਬ ਕਾ ਪਰ ਹਮ ਗਮਨੇ ਜਾਹੀ। ਇਹ ਦੱਸੋ ਵੀ ਜਿਹਦੇ ਤੇ ਆਪਾਂ ਟੁਰੇ ਜਾਂਦੇ ਆ ਵੀ ਇਹ ਥੱਲੇ ਕੀ ਚੀਜ਼ ਹੈ, ਭਲਾ ਪਛਾਣੀ ਹੈ? ਮਹਾਰਾਜ ਜੀ ਪੁੱਛਦੇ, ਕਿਉਂਕਿ ਜਾਪਦਾ ਤਾਂ ਇਦਾਂ ਸੀ ਵੀ ਜਿਵੇਂ ਧਰਤੀ ਹੋਵੇ, ਕੋਈ ਟਾਪੂ ਹੋਵੇ ਸਮੁੰਦਰ 'ਚ, ਏਡਾ ਵੱਡਾ ਵਿਸ਼ਾਲ ਆਕਾਰ ਹੈ ਮੱਛ ਦਾ। ਮਹਾਰਾਜ ਜੀ ਪੁੱਛਦੇ ਆ, ਭਾਈ ਬਾਲਾ ਜੀ, ਮਰਦਾਨਾ ਜੀ, ਕੀ ਤੁਸੀਂ ਜਾਣਦੇ ਹੋ ਆਪਾਂ ਕਿਸ ਚੀਜ਼ ਤੇ ਟੁਰੇ ਜਾ ਰਹੇ ਆ? ਭੇਦ ਲਖਿਓ ਕਹਿ ਦੋ ਤੁਮ ਨਾਹੀ। ਤੁਸੀਂ ਇਹਦਾ ਭੇਦ ਜਾਣਿਆ ਕਿ ਨਹੀਂ ਜਾਣਿਆ? ਇਹ ਕੀ ਚੀਜ਼ ਹੈ? ਮੈਂ ਤਬ ਕਹਿਓ ਨ ਹਮ ਕਛ ਜਾਪੇ। ਭਾਈ ਬਾਲਾ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਨੂੰ ਤਾਂ ਨਹੀਂ ਕੁਝ ਪਤਾ, ਮੈਂ ਨਹੀਂ ਜੀ ਕੁਝ ਜਾਣਦਾ। ਤੁਮਰੀ ਗਤ ਤੁਮ ਜਾਣੋ ਆਪੇ। ਏ ਸੁਆਮੀ, ਤੁਹਾਡੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ, ਮੈਂ ਨਹੀਂ ਜੇ ਜਾਣਦਾ ਕਿ ਇਹ ਕੀ ਖੇਡ ਹੈ, ਕਿਹੜੀ ਜਗ੍ਹਾ ਤੇ ਟੁਰੇ ਜਾ ਰਹੇ ਆ। ਇਹ ਸਾਰੀ ਗਤ ਮਿਤ ਤੁਸੀਂ ਆਪਣੀ ਆਪ ਹੀ ਜਾਣਦੇ ਹੋ। ਹਮਰੀ ਅਲਪ ਬੁੱਧ ਕਿਆ ਜਾਣੇ। ਮਹਾਰਾਜ ਅਸੀਂ ਅਲਪ ਬੁੱਧੀ ਵਾਲੇ ਤੁੱਛ ਜੇ ਜੀਵ ਹਾਂ, ਅਸੀਂ ਕੀ ਜਾਣੀਏ ਮਹਾਰਾਜ ਤੁਹਾਡੀ ਖੇਡ ਨੂੰ। ਤੁਮ ਪਰਮੇਸ਼ਰ ਪੁਰਖ ਮਹਾਨੇ। ਮਹਾਰਾਜ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹੋ। ਸੋ ਹਮ ਲਖੈ ਜੋ ਆਪ ਲਖਾਵੋ। ਮਹਾਰਾਜ ਜੀ ਅਸੀਂ ਉਹੀ ਜਾਣਦੇ ਆ ਜੋ ਤੁਸੀਂ ਜਣਾਉਂਦੇ ਹੋ, ਜੇ ਤੁਸੀਂ ਜਣਾਓ ਹੀ ਨਾ ਤੇ ਅਸੀਂ ਕਿਵੇਂ ਜਾਣਾਂਗੇ? ਮਹਾਰਾਜ ਅਸੀਂ ਉਹਨਾਂ ਕੀ ਲਿਖਦੇ ਆ, ਉਹਨਾਂ ਕੀ ਜਾਣਦੇ ਹਾਂ। ਮਹਾਰਾਜ ਜੀ ਜਿੰਨਾ ਕੁ ਤੁਸੀਂ ਜਣਾਉਂਦੇ ਹੋ, ਦੇਖੈ ਸੋ ਜੋ ਆਪ ਦਿਖਾਵੋ। ਉਹੀ ਕੁਝ ਵੇਖਦੇ ਆ ਜੋ ਤੁਸੀਂ ਵਿਖਾਉਂਦੇ ਹੋ, ਉਹੀ ਕੁਝ ਜਾਣਦੇ ਆ ਜੋ ਜਣਾਉਂਦੇ ਹੋ, ਉਹੀ ਕੁਝ ਵੇਖਦੇ ਹਾਂ ਜੋ ਵਿਖਾਉਂਦੇ ਹੋ। ਗੁਰੂ ਭਨੈ ਇਹ ਮੱਛ ਮਹਾਨਾ। ਫਿਰ ਸਤਿਗੁਰੂ ਜੀ ਬੋਲੇ, ਕਹਿੰਦੇ ਭਾਈ ਬਾਲਾ ਜੀ, ਮਰਦਾਨਾ ਜੀ, ਜਿਹਦੇ ਤੇ ਆਪਾਂ ਤੁਰੇ ਜਾ ਰਹੇ ਆ ਨਾ, ਇਹ ਮੱਛ ਹੈ ਬੜਾ ਵੱਡੇ ਆਕਾਰ ਦਾ ਸਮੁੰਦਰ ਵਿੱਚ। ਹਾਂਜੀ,
ਕਿਤੇ ਕਾਲ ਕੇ ਕਰਤ ਭਿਆਨਾ। ਤੇ ਉਸੇ ਮੱਛ ਦੇ ਉੱਤੇ ਹੀ ਆਪਾਂ ਟੁਰੇ ਜਾ ਰਹੇ ਹਾਂ ਕਾਫੀ ਸਮੇਂ ਤੋਂ, ਇੰਨਾ ਇਹਦਾ ਵਿਸਥਾਰ ਹੈ। ਆਗੇ ਕਿਤੀ ਦੂਰ ਲੋ ਲਖੀਏ। ਭਾਈ ਸਾਹਿਬ ਬੋਲੇ ਮਹਾਰਾਜ ਅੱਗੇ ਕਿੱਥੇ ਤੱਕ ਹੈ? ਚਲੋ ਭਲੀ ਬਿਦ ਸੋ ਇਹ ਪਿਖੀਏ। ਮਹਾਰਾਜ ਜੀ ਕਹਿੰਦੇ ਚਲੋ ਭਾਈ ਚੱਲ ਕੇ ਹੀ ਵੇਖ ਲੋ ਕਿੰਨੀ ਦੂਰ ਤਾਈਂ ਹੈ। ਆਪਾਂ ਇਹਦੇ ਤੇ ਤੁਰਦੇ ਚਲੇ ਜਾਂਦੇ, ਅੱਗੇ ਕਿੱਥੇ ਤੱਕ ਹੈ ਆਪਾਂ ਵੇਖ ਲੈਨੇ ਆ। ਜਾਏ ਸੀਸ ਪਰ ਕੀਨੋ ਡੇਰਾ। ਚੱਲ ਕੇ ਸਤਿਗੁਰੂ ਜੀ ਜਿਹੜਾ ਮੱਛ ਦਾ ਸਿਰ ਸੀ ਨਾ ਉਹਦੇ ਤੇ ਚੱਲ ਕੇ ਪਾਤਸ਼ਾਹ ਨੇ ਡੇਰਾ ਕੀਤਾ, ਉੱਥੇ ਰੁਕ ਗਏ। ਮੱਛ ਦਾ ਜਿਹੜਾ ਸਿਰ ਸੀ ਉਸ ਸਿਰ ਦੇ ਉੱਤੇ ਆਣ ਕੇ ਮਹਾਰਾਜ ਜੀ ਨੇ ਡੇਰਾ ਕੀਤਾ। ਤਬ ਮਰਦਾਨੇ ਮੁਖ ਤੇ ਹੀਰਾ। ਭਾਈ ਮਰਦਾਨਾ ਜੀ ਦੀ ਨਿਗਾਹ ਪਈ, ਮੱਛ ਦਾ ਮੂੰਹ ਵੇਖਿਆ। ਜਦੋਂ ਸਿਰ ਤੇ ਆਏ ਨਾ ਤੇ ਮੱਛ ਦਾ ਜਿਹੜਾ ਮੂੰਹ ਸੀ, ਉਹਦੀਆਂ ਅੱਖਾਂ ਸਨ ਡਰਾਉਣੀਆਂ, ਉਹ ਭਾਈ ਮਰਦਾਨਾ ਜੀ ਨੇ ਵੇਖੀਆਂ। ਬਸਰਿਓ ਦੀਸਤ ਵੱਡੋ ਆਕਾਰਾ। ਬੜਾ ਵੱਡਾ ਆਕਾਰ ਹੈ ਮੱਛ ਦਾ, ਉਹਦਾ ਨੇਤਰ ਅੱਖਾਂ ਹੀ ਬੜੀਆਂ ਬੜੀਆਂ ਵੱਡੀਆਂ ਨੇ, ਮੂੰਹ ਬੜਾ ਵੱਡਾ ਹੈ। ਦੀਰਘ ਲੋਚਨ ਕੇ ਵਿਸਤਾਰਾ। ਉਹਦੀਆਂ ਅੱਖਾਂ ਦਾ ਵਿਸਥਾਰ ਬਹੁਤ ਵੱਡੇ ਆਕਾਰ ਦਾ ਭਾਈ ਮਰਦਾਨਾ ਜੀ ਨੇ ਵੇਖਿਆ। ਦੋਹਰਾ ਭੈ ਕਰਿਓ ਰਬਿ ਸਮਾਦਿਓ ਅਸਬਿਦ ਬਚਨ ਅਲਾਏ। ਜਦੋਂ ਵੇਖਿਆ ਨਾ ਮੱਛ ਦਾ ਆਕਾਰ, ਉਹਦਾ ਮੂੰਹ, ਉਹਦੀਆਂ ਅੱਖਾਂ ਵੇਖੀਆਂ ਤੇ ਭਾਈ ਮਰਦਾਨਾ ਜੀ ਭੈ ਗ੍ਰਸਤ ਹੋਏ। ਡਰ ਕੇ ਹੱਥ ਜੋੜ ਕੇ ਵਿਸਮਾਦ ਵਿੱਚ ਆ ਕੇ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ, ਸ਼੍ਰੀ ਗੁਰ ਤੁਮਰੀ ਕੁਦਰਤਾ ਤੁਮ ਹੀ ਕੋ ਬਨ ਆਏ। ਕਹਿਣ ਲੱਗੇ ਮਹਾਰਾਜ ਤੁਹਾਡੀਆਂ ਕੁਦਰਤਾਂ ਤੁਹਾਨੂੰ ਹੀ ਬਣਾਉਂਦੀਆਂ। ਮਹਾਰਾਜ ਇਹ ਕੁਦਰਤ ਤੁਹਾਡੀ ਹੈ, ਇਹ ਕੁਦਰਤਾਂ ਸ਼ਕਤੀਆਂ ਤੁਹਾਡੀਆਂ ਨੇ, ਇਹ ਤੁਹਾਨੂੰ ਹੀ ਬਣਾਉਂਦੀਆਂ ਨੇ। ਆਪਣੀਆਂ ਕੁਦਰਤਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਚੌਪਈ ਜਾਮਨ ਬਸੇ ਭਈ ਪੁਨ ਭੋਰਾ। ਮਹਾਰਾਜ ਜੀ ਨੇ ਰਾਤ ਉੱਥੇ ਹੀ ਡੇਰਾ ਰੱਖਿਆ, ਉਹ ਮੱਛ ਦੇ ਸਿਰ ਤੇ। ਰਾਤ ਬੀਤ ਗਈ, ਅਗਲਾ ਦਿਨ ਚੜਿਆ। ਮੱਛ ਦੇਹ ਛੁੱਟ ਪਲਟੀ ਔਰਾ। ਉਹ ਜਿਹੜਾ ਮੱਛ ਸੀ ਨਾ ਉਹਨੇ ਆਪਣਾ ਸਰੀਰ ਤਿਆਗ ਦਿੱਤਾ। ਮਾਨੋ ਉਡੀਕਦਾ ਸੀ ਕਿ ਸਤਿਗੁਰੂ ਜੀ ਆਉਣ ਤੇ ਮੇਰੀ ਬੰਦ ਖਲਾਸੀ ਕਰਨ। ਰਾਤ ਉਹਦੇ ਸਿਰ ਤੇ ਹੀ ਡੇਰਾ ਰੱਖਿਆ ਸਤਿਗੁਰਾਂ ਨੇ। ਮੱਛ ਰਾਤ ਨੂੰ ਕਹਿੰਦੇ ਉਹ ਸਰੀਰ ਤਿਆਗ ਗਿਆ ਤੇ ਦੇਹ ਪਲਟ ਕੇ ਜਿਹੜਾ ਸੂਖਮ ਸਰੀਰ ਹੁੰਦਾ ਹੈ, ਜਿਹਨੂੰ ਦਿਵਿਆ ਸਰੂਪ ਕਹਿੰਦੇ ਆ, ਉਹ ਸੂਖਮ ਸਰੀਰ ਮੱਛ ਨੇ ਧਾਰਨ ਕੀਤਾ। ਉਸਤਤ ਕਹਿਤ ਕਰੀ ਪਦ ਬੰਦਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਨਮੁਖ ਆ ਕੇ ਪ੍ਰਗਟ ਹੋਇਆ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਨ ਲੱਗਾ। ਚਿਦਾਨੰਦ ਤਨ ਧੁੰਦ ਨਿਕੰਦਨ। ਏ ਚਿਦਾਨੰਦ ਸਵਰੂਪ ਸਤਿਗੁਰੂ, ਹੇ ਸਦਾ ਚੈਤਨਿਆ ਸਵਰੂਪ ਗੁਰਦੇਵ, ਹੇ ਦਵੰਦ ਦਾ ਨਾਸ਼ ਕਰਨ ਵਾਲੇ ਗਰੀਬ ਨਵਾਜ ਸਤਿਗੁਰੂ ਜੀ। ਸ਼੍ਰੀ ਪਰਮਾਤਮ ਦੇਵਨ ਦੇਵੰ। ਮਹਾਰਾਜ ਤੁਸੀਂ ਪਾਰ ਬ੍ਰਹਮ ਪਰਮੇਸ਼ਵਰ ਹੋ, ਦੇਵਾਂ ਦੇ ਵੀ ਦੇਵ ਅਧੀ ਦੇਵ ਹੋ। ਜਿੰਨੇ ਦੇਵਤੇ ਨੇ ਉਹਨਾਂ ਸਾਰਿਆਂ ਦੇਵਤਿਆਂ ਦੇ ਤੁਸੀਂ ਪੂਜਨੀਕ ਹੋ, ਦੇਵਤਿਆਂ ਦੇ ਵੀ ਦੇਵ ਹੋ। ਲਖ ਨ ਸਕੈ ਕੋ ਰਾਵਰ ਭੇਵੰ। ਮਹਾਰਾਜ ਤੁਹਾਡਾ ਭੇਦ ਕੋਈ ਨਹੀਂ ਜਾਣ ਸਕਦਾ, ਤੁਹਾਡਾ ਭੇਦ ਤੁਸੀਂ ਖੁਦ ਆਪ ਹੀ ਜਾਣਦੇ ਹੋ। ਮਹਾਰਾਜ ਤੁਹਾਡੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ। ਤੇਹ ਬਿਲੋਕ ਬੇਦੀ ਕੁਲ ਕੀਤਾ। ਜਦੋਂ ਇਸ ਮੱਛ ਨੇ ਮਹਾਰਾਜ ਜੀ ਦੀ ਉਪਮਾ ਕੀਤੀ, ਸਤਿਗੁਰਾਂ ਦੇ ਸਨਮੁਖ ਆਇਆ, ਇਹਨੂੰ ਵੇਖ ਕੇ ਬੇਦੀਆਂ ਦੀ ਕੁੱਲ ਦੇ ਸ਼੍ਰੋਮਣੀ ਸਤਿਗੁਰੂ ਜੀ ਬੋਲੇ ਬਚਨ ਬੂਝਨੇ ਹੇਤਾ। ਇਹਨੂੰ ਪੁੱਛਣ ਵਾਸਤੇ ਵੀ ਇਹ ਕੌਣ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ, ਕੌਣ ਹੈ ਤੂੰ ਕਹੋ 부ਝਾਈ। ਮਹਾਰਾਜ ਜੀ ਕਹਿੰਦੇ, ਭਾਈ ਤੂੰ ਕੌਣ ਹੈ, ਦੱਸ ਆਪਣੇ ਬਾਰੇ, ਕੌਣ ਹੈ ਤੂੰ, ਕਿਵੇਂ ਸਾਡੇ ਕੋਲ ਹਾਜ਼ਰ ਹੋਇਆ। ਕੈਸੇ ਮੱਛ ਦੇਹ ਵਡ ਪਾਹੀ। ਤੈਨੂੰ ਐਡੀ ਵੱਡੀ ਇਹ ਮੱਛ ਦੀ ਦੇਹ ਕਿਵੇਂ ਮਿਲੀ ਹੈ, ਤੂੰ ਇਸ ਮੱਛ ਦੇ ਸਰੀਰ ਵਿੱਚ ਕਿਵੇਂ ਆਇਆ ਤੇ ਇਸ ਸਰੀਰ ਨੂੰ ਤਿਆਗ ਕੇ ਸਾਡੇ ਕੋਲ ਹਾਜ਼ਰ ਹੋਇਆ। ਦੱਸ ਤੂੰ ਐਡੇ ਵੱਡੇ ਆਕਾਰ ਦਾ ਮੱਛ ਕਿਵੇਂ ਬਣਿਆ। ਤੇ ਤਜ ਧਾਰਿਓ ਦੇਹ ਨਵੀਨਾ। ਔਰ ਇਸ ਮੱਛ ਦੇ ਸਰੀਰ ਨੂੰ ਛੱਡ ਕੇ ਤੂੰ ਨਵੀਂ ਦੇਹ ਸੂਖਮ ਸਰੀਰ ਨੂੰ ਧਾਰਨ ਕੀਤਾ। ਪਟ ਭੂਖਨ ਸੁਟ ਪਹਿਰ ਪ੍ਰਬੀਨਾ। ਤੇ ਸੁੰਦਰ ਆਭੂਸ਼ਣ ਗਹਿਣੇ ਸਰੀਰ ਤੇ ਤੂੰ ਧਾਰਨ ਕੀਤੇ ਹੋਏ ਨੇ। ਬੋਲਿਓ ਤਬੈ ਸੁਨਹੁ ਭਗਵੰਤਾ। ਇਹ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ, ਹੇ ਭਗਵੰਤ ਜੀ, ਹੇ ਗਰੀਬ ਨਵਾਜ ਸਤਿਗੁਰੂ ਜੀ, ਤੁਮ ਜਾਣਤ ਸਭ ਵਿਦ ਬਿਰਤੰਤਾ। ਮਹਾਰਾਜ ਜੀ ਪੁੱਛੋ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ,
ਤੁਸੀਂ ਜਾਣੀ ਜਾਣੋ ਮਹਾਰਾਜ, ਮੇਰਾ ਸਾਰਾ ਬਿਰਤਾਂਤ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅਪਰ ਸੁਨਾਵਨ ਕੇ ਹਿਤ ਗਾਥਾ। ਪਰ ਇਹ ਪ੍ਰਸੰਗ ਦੂਜਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਪੁੱਛ ਰਹੇ ਹੋ। ਤੁਹਾਨੂੰ ਪੁੱਛਣ ਦੀ ਲੋੜ ਨਹੀਂ, ਤੁਸੀਂ ਜਾਣਦੇ ਹੋ, ਪਰ ਤੁਸੀਂ ਇਸ ਕਰਕੇ ਪੁੱਛ ਰਹੇ ਹੋ ਵੀ ਦੂਜਿਆਂ ਨੂੰ ਵੀ ਇਹਦੀ ਜਾਣਕਾਰੀ ਹੋ ਜੇ, ਦੂਜਿਆਂ ਨੂੰ ਵੀ ਮੇਰੇ ਬਾਰੇ ਪਤਾ ਲੱਗ ਜਾਏ। ਮੋਰ ਸਾਥ ਬੂਝੋ ਜਗਨਾਥਾ। ਇਸ ਕਰਕੇ ਆਪ ਜੀ ਮੈਨੂੰ ਪੁੱਛਦੇ ਹੋ ਵੀ ਤੁਹਾਡੇ ਨਾਲ ਆ, ਤੁਹਾਡੇ ਸੇਵਕ ਨੇ, ਇਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਮੈਂ ਕੌਣ ਹਾਂ। ਤ੍ਰੇਤੇ ਜੁਗ ਪਾ ਜਨਕ ਵਿਦੇਹੀ। ਮਹਾਰਾਜ ਜੀ ਇਹ ਬਾਤ ਹੈ ਤ੍ਰੇਤੇ ਯੁੱਗ ਦੀ। ਤ੍ਰੇਤੇ ਯੁੱਗ ਦੇ ਇੱਕ ਬੜੇ ਵੱਡੇ ਮਹਾਤਮਾ ਰਾਜੇ ਹੋਏ ਨੇ, ਰਾਜਾ ਜਨਕ ਜੀ। ਰਾਜੇ ਜਨਕ ਨੂੰ ਵਿਦੇਹੀ ਕਹਿੰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਭਗਤਾਂ ਦੀ ਵਾਰ ਲਿਖੀ ਹੈ, ਜਿਹਦੇ ਚ ਉਹਨਾਂ ਨੇ ਮਹਾਂਪੁਰਸ਼ਾਂ ਭਗਤਾਂ ਦਾ ਜੀਵਨ ਲਿਖਿਆ, ਕਬੀਰ ਜੀ, ਰਵਿਦਾਸ ਜੀ ਵਰਗੇ ਮਹਾਂਪੁਰਸ਼ਾਂ ਦਾ, ਉੱਥੇ ਉਹਨਾਂ ਨੇ ਰਾਜੇ ਜਨਕ ਬਾਰੇ ਵੀ ਕਥਾ ਲਿਖੀ ਹੈ, ਉਹ ਵੀ ਭਗਤ ਹੈ। ਭਾਈ ਗੁਰਦਾਸ ਜੀ ਲਿਖਦੇ ਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਬੜਾ ਵੱਡਾ ਪ੍ਰਸਿੱਧ ਭਗਤ ਹੈ, ਔਰ ਉਹ ਗੁਰਮੁਖ ਹੈ ਜਿਹੜਾ ਮਾਇਆ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ। ਰਾਜਾ ਜਨਕ, ਰਾਜਾ ਜਨਕ ਜੀ ਦੇ ਬਾਬਤ ਬਹੁਤ ਸਾਰੇ ਪ੍ਰਸੰਗ ਸਾਡੇ ਸਮਾਜ ਵਿੱਚ ਪ੍ਰਚਲਿਤ ਨੇ। ਬੜੇ ਮਹਾਂਪੁਰਸ਼ ਬਿਰਤੀ ਦੇ ਮਾਲਕ ਹੋਏ ਰਾਜਾ ਜਨਕ ਜੀ। ਦੁਰਵਾਸ਼ਾ ਅਸ਼ਟਾਵਕਰ ਜੀ ਦੇ ਚੇਲੇ ਸਨ। ਇਹ ਦੱਸ ਰਿਹਾ ਜਿਹੜਾ ਮੱਛ ਹੈ, ਸਰੀਰ ਛੱਡ ਕੇ ਦਿਵਿਆ ਸਰੂਪ ਚ ਆਇਆ ਹੋਇਆ, ਕਹਿਣ ਲੱਗਾ ਜੀ ਤ੍ਰੇਤੇ ਯੁੱਗ ਦੇ ਵਿੱਚ ਰਾਜਾ ਜਨਕ ਜੀ ਹੋਏ ਹਨ। ਤੇ ਸੇਵਕ ਹੋ ਸੇਵਕ ਰਹੀ। ਮਹਾਰਾਜ ਜੀ ਮੈਂ ਉਹਦਾ ਸੇਵਕ ਸੀ, ਰਾਜੇ ਜਨਕ ਦਾ, ਉਹਦੀ ਮੈਂ ਸੇਵਾ ਕਰਦਾ ਸੀ। ਇੱਕ ਦਿਨ ਕਾਜ ਕਰਨ ਕੁਛ ਭਾਖਾ। ਇੱਕ ਦਿਨ ਰਾਜੇ ਜਨਕ ਨੇ ਮੈਨੂੰ ਕੋਈ ਕੰਮ ਕਿਹਾ, ਕਿਉਂਕਿ ਮੈਂ ਨੌਕਰ ਸੀ ਉਹਦਾ, ਸੇਵਕ ਸੀ ਉਹਦਾ, ਤੇ ਰਾਜੇ ਜਨਕ ਨੇ ਮੈਨੂੰ, ਹੁਣ ਮਾਲਕ ਨੌਕਰਾਂ ਨੂੰ ਕੰਮ ਦੱਸਦੇ ਹੀ ਹੁੰਦੇ ਆ ਵੀ ਆਹ ਕਰੋ ਆਹ ਕਰੋ, ਕਹਿੰਦੇ ਰਾਜੇ ਜਨਕ ਨੇ ਵੀ ਮੈਨੂੰ ਕੋਈ ਕੰਮ ਕਿਹਾ ਕਰਨ ਨੂੰ। ਕੀਨ ਤਬੈ ਮੈਰ ਸਿਉਰ ਰਾਖਾ। ਤੇ ਮੈਂ ਉਹ ਕੰਮ ਕਰਨ ਵੇਲੇ ਆਪਣੇ ਮਨ 'ਚ ਗੁੱਸਾ ਰੱਖਿਆ ਵੀ ਮੈਨੂੰ ਕਿਉਂ ਆਖਿਆ, ਕਰਨ ਵਾਸਤੇ ਗਿਆ, ਪਰ ਮੇਰੇ ਮਨ 'ਚ ਬਹੁਤ ਜ਼ਿਆਦਾ ਗੁੱਸਾ ਸੀ। ਜਨਕ ਜਾਨ ਮਨ ਬਚਨ ਬਖਾਨਾ। ਤੇ ਮੈਂ ਅੱਗੋਂ ਖਿੱਝ ਗਿਆ ਤੇ ਮੋਢੇ ਮਾਰੇ ਵੀ ਮੈਂ ਨਹੀਂ ਕਰਦਾ। ਕਹਿੰਦੇ ਜਦੋਂ ਇਦਾਂ ਰਾਜੇ ਜਨਕ ਨੇ ਵੇਖਿਆ ਤੇ ਉਹਦੇ ਮਨ 'ਚ ਵੀ ਰੋਸ ਆਇਆ। ਤਰਫ ਮੀਨ ਜਿਉ ਕਾਜ ਕਰਾਨਾ। ਕਹਿਣ ਲੱਗਾ ਉਹ ਇਹ ਮੱਛ ਵਾਂਗੂ ਤੜਫ ਕੇ ਕੰਮ ਕਰਦਾ। ਕਹਿੰਦੇ ਮੈਂ ਮੋਢੇ ਜੇ ਮਾਰ ਕੇ ਕੀਤਾ ਤਾਂ ਸੀ, ਮਨ 'ਚ ਬੜਾ ਗੁੱਸਾ ਵੀ ਮੈਨੂੰ ਕਿਉਂ ਆਖਿਆ ਰਾਜੇ ਜਨਕ ਨੇ ਕੰਮ, ਹੋਰ ਨੌਕਰ ਥੋੜੇ ਆ। ਪਰ ਉਹਦਾ ਕਹਿਣਾ ਨਹੀਂ ਸੀ ਮੋੜ ਸਕਦਾ, ਮੈਨੂੰ ਕਰਨਾ ਪਿਆ, ਨੌਕਰ ਜੋ ਸੀ। ਕਹਿੰਦੇ ਮੈਂ ਤੜਫ ਕੇ ਕਰਦਾ ਸੀ ਕੰਮ, ਹਿਰਦੇ 'ਚ ਖਿੱਝ ਕੇ। ਤੇ ਰਾਜੇ ਜਨਕ ਨੂੰ ਪਤਾ ਲੱਗ ਗਿਆ, ਮੈਨੂੰ ਕਹਿੰਦਾ ਉਹ ਮੱਛ ਵਾਂਗੂ ਤੜਫ ਕੇ ਕਿਉਂ ਕੰਮ ਕਰਦਾ, ਤੈਨੂੰ ਕੰਮ ਹੀ ਕਿਹਾ, ਤੇਰਾ ਕੰਮ ਹੈ, ਨੌਕਰ ਦਾ ਕੀ ਕੰਮ ਹੁੰਦਾ? ਨੌਕਰ ਦਾ ਕੰਮ ਹੁੰਦਾ ਨੌਕਰੀ ਕਰਨੀ, ਨੌਕਰ ਦਾ ਕੰਮ ਨਖਰਾ ਕਰਨਾ ਥੋੜੀ ਹੁੰਦਾ। ਤੇ ਤੈਨੂੰ ਜੇ ਕੰਮ ਕਿਹਾ ਤੂੰ ਮੱਛ ਵਾਂਗੂ ਤੜਫ ਕੇ ਕਰਦਾ। ਤਿਨ ਕੇ ਬਚਨ ਮੀਨ ਤਨ ਪਾਇਓ। ਕਹਿੰਦੇ ਉਹਨਾਂ ਵੇਲਿਆਂ ਵਿੱਚ ਸਰਾਪ ਦੇ ਦਿੰਦੇ ਸੀ ਰਿਸ਼ੀ ਮੁਨੀ ਤਪਸਵੀ, ਪਰ ਉਹ ਸਰਾਪ ਵਾਪਸ ਨਹੀਂ ਸੀ ਲੈ ਸਕਦੇ। ਗੁਰੂ ਨਾਨਕ ਸਾਹਿਬ ਦੇ ਵਿੱਚ ਏਡੀ ਦਇਆ ਹੈ ਕਿ ਪਹਿਲੇ ਯੁੱਗਾਂ ਦੇ ਜਿਹੜੇ ਉਹ ਸਰਾਪੇ ਹੋਏ ਜੀਵ ਸੀ, ਗੁਰੂ ਨਾਨਕ ਸਾਹਿਬ ਨੇ ਉਹਨਾਂ ਤੇ ਤਰਸ ਕਰਕੇ ਉਹਨਾਂ ਨੂੰ ਸਰਾਪਾਂ ਤੋਂ ਮੁਕਤ ਕੀਤਾ ਹੈ। ਇਹ ਕੇਵਲ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਕਹਿਣ ਲੱਗਾ ਜੀ ਮੈਨੂੰ ਏਦਾਂ ਜਦੋਂ ਉਹਨੇ ਸਰਾਪ ਦਿੱਤਾ, ਤੁਮਰੇ ਚਰਨ ਪਰਸ ਛੁਟਕਾਇਓ। ਮੈਂ ਉਹਨਾਂ ਦੇ ਚਰਨ ਫੜੇ, ਆਖਿਆ ਮਹਾਰਾਜ ਜੀ ਇਹ ਬਚਨ ਤੁਸੀਂ ਕਰ ਦਿੱਤਾ ਹੈ, ਮੱਛ ਤਾਂ ਹੁਣ ਮੈਨੂੰ ਬਣਨਾ ਪੈਣਾ, ਪਰ ਕਿਰਪਾ ਕਰਕੇ ਵੀ ਦੱਸ ਦਿਓ ਵੀ ਮੈਂ ਮੁਕਤ ਕਿਵੇਂ ਹੋਵਾਂਗਾ। ਅਸ ਕਹਿ ਦੇਵ ਸਦਨ ਕੋ ਗਇਓ। ਹਾਂਜੀ, ਅਸ ਕਹਿ ਦੇਵ ਸਦਨ ਕੋ ਗਇਓ। ਏਦਾਂ ਕਹਿ ਕੇ ਕਹਿੰਦੇ ਉਹ ਸਦਨ ਘਰ ਨੂੰ ਚਲੇ ਗਏ। ਜਨਕ ਸਰਾਪ ਤੇ ਛੂਟਤ ਭਇਓ। ਕਹਿੰਦੇ ਮਹਾਰਾਜ ਫਿਰ ਮੈਂ ਮੱਛ ਦੀ ਜੂਨੀ ਆ ਗਿਆ। ਰਾਜੇ ਜਨਕ ਨੇ ਆਖਿਆ ਕਿ ਹੁਣ ਤੇਰੀ ਬੰਦ ਖਲਾਸੀ ਕਲਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਹੀ ਕਰਨਗੇ। ਮਹਾਰਾਜ ਹੁਣ ਤੁਸੀਂ ਤਰਸ ਕੀਤਾ, ਤੁਹਾਡੇ ਚਰਨਾਂ ਦੇ ਸਪਰਸ਼ ਨਾਲ ਮੈਂ ਇਸ ਮੱਛ ਦੀ ਦੇਹ ਤੋਂ ਮੁਕਤ ਹੋਇਆ।
ਗੁਰਦੇਵ ਨੂੰ ਮੱਥਾ ਟੇਕਿਆ ਔਰ ਉਹ ਦੇਵਪੁਰੀ ਨੂੰ ਚਲਾ ਗਿਆ। ਬਹਰੋ ਆਗੇ ਕੀਨ ਪਿਆਨਾ। ਖਾਲਸਾ ਜੀ, ਜਨਮ ਸਾਖੀਆਂ ਦੇ ਵਿੱਚ ਸੰਕੇਤ ਬੜੇ ਡੂੰਘੇ ਨੇ। ਇੱਥੇ ਇਸ ਸਾਖੀ ਤੋਂ ਬੜਾ ਡੂੰਘਾ ਸਿਧਾਂਤ ਹੈ ਵੀ ਜਿਸ ਦਾ ਜਿਹੜਾ ਕੋਈ ਕੰਮ ਹੈ ਉਹਦਾ ਮਾਲਕ ਉਹਨੂੰ ਕਹਿੰਦਾ ਕਰਨ ਵਾਸਤੇ, ਤਾਂ ਉਹਨੂੰ ਚਾਹੀਦਾ ਚਾਅ ਨਾਲ ਉਸ ਕੰਮ ਨੂੰ ਕਰਨਾ, ਨਾ ਕਿ ਹਿਰਦੇ 'ਚ ਖਿੱਝ ਕੇ ਤੜਫ ਕੇ। ਉਹਦੀ ਡਿਊਟੀ ਹੈ, ਉਹਦੀ ਜ਼ਿੰਮੇਵਾਰੀ ਹੈ, ਉਹਨੂੰ ਉਸ ਕੰਮ ਦੀ ਤਨਖਾਹ ਮਿਲਦੀ ਹੈ, ਉਹਨੂੰ ਉਸ ਕੰਮ ਦਾ ਭੱਤਾ ਮਿਲਦਾ ਹੈ। ਤੇ ਜੋ ਤੜਫ ਤੜਫ ਕੇ ਹੀ ਕਰੇ ਲੋਕਾਂ ਤੇ ਅੱਜ ਕੱਲ ਦਾ ਜਿਹੜਾ ਸਮਾਂ ਵਰਤਾਰਾ ਹੈ, ਜਿੰਨੇ ਵੀ ਨੌਕਰੀਆਂ ਪੇਸ਼ਿਆਂ ਵਾਲੇ ਲੋਕ ਨੇ, 99% 1% ਕਹਿ ਸਕਦੇ ਆ ਵੀ ਜਿਹੜਾ ਆਪਣਾ ਕੰਮ ਤਨਦੇਹੀ ਨਾਲ ਸ਼ੌਂਕ ਨਾਲ ਕਰਦਾ ਹੋਵੇ, ਨਹੀਂ ਤਾਂ 99% ਬੱਧਾ ਚੱਟੀ ਪਰਦੇ। ਜੇ ਪਬਲਿਕ ਡੀਲਿੰਗ ਦਾ ਕਿਸੇ ਕੋਲ ਕੰਮ ਹੈ ਤਾਂ ਉਹਦੇ ਨਾਲ ਉਹ ਕੰਮ ਕਰਦੇ ਆ ਇਸ ਤਰ੍ਹਾਂ ਵਿਵਹਾਰ ਕਰਦੇ ਆ ਮਾਨੋ ਜਿਵੇਂ ਉਹਦੇ ਤੇ ਬੜਾ ਵੱਡਾ ਅਹਿਸਾਨ ਕਰ ਰਹੇ। ਉਹ ਇਹ ਨਹੀਂ ਸਮਝਦੇ ਵੀ ਮੇਰੀ ਨੌਕਰੀ ਹੈ। ਕੇਵਲ ਇਹ ਸਾਡੇ ਭਾਰਤ ਖੰਡ ਦੀ ਭੂਮੀ ਦੀ ਦਸ਼ਾ ਹੈ। ਵਿਦੇਸ਼ਾਂ ਵਿੱਚ ਜਾ ਕੇ ਜਦੋਂ ਵੇਖੀਏ ਤਾਂ ਉੱਥੇ ਉਹ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ, ਉਹਨਾਂ ਨੂੰ ਥੈਂਕ ਯੂ ਵੀ ਕੋਈ ਕਹੇ, ਕਹਿੰਦੇ ਕਾਹਦੇ ਲਈ ਭਾਈ, ਇਹ ਮੇਰੀ ਡਿਊਟੀ ਸੀ। ਇੱਥੇ ਡਿਊਟੀ ਦੇ ਨਾਲ ਨਾਲ ਉੱਤੋਂ ਚਾਹ ਪਾਣੀ ਦੀ ਵੀ ਬਿਰਤੀ ਰੱਖਦੇ ਆ ਵੀ ਚਲੋ ਵੀ ਮਿਲ ਜੇ ਤਾਂ ਜਾ ਕੇ ਕਰਾਂ। ਉਸ ਤੋਂ ਬਾਅਦ ਵੀ ਫਿਰ ਕਰਨ ਤੋਂ ਬਾਅਦ ਫਿਰ ਕਹਿੰਦੇ ਹੋਣਾ ਨਹੀਂ ਸੀ ਤੇਰਾ ਵੀ ਇਹ ਕੰਮ, ਮੈਂ ਤੇਰੇ ਤੇ ਬੜਾ ਵੱਡਾ ਅਹਿਸਾਨ ਕੀਤਾ। ਇਦਾਂ ਦਾ ਇਹ ਵਰਤਾਰਾ ਜਿਹਦੇ 'ਚ ਅਸੀਂ ਰਹਿੰਦੇ ਹਾਂ, ਜਿਹਦੇ ਵਿੱਚ ਇਹ ਸਾਰਾ ਕੁਝ ਵਰਤਦਾ। ਜਨਮ ਸਾਖੀ ਇਹ ਸੰਕੇਤ ਦੇ ਰਹੀ ਹੈ ਵੀ ਜਿਹੜੀ ਡਿਊਟੀ ਲੱਗੀ ਹੋਈ ਹੈ ਉਹਨੂੰ ਉਹ ਡਿਊਟੀ ਸ਼ੌਂਕ ਨਾਲ ਚਾਅ ਨਾਲ ਕਰਨੀ ਚਾਹੀਏ, ਨਾ ਕਿ ਕਿਸੇ ਤੇ ਅਹਿਸਾਨ ਕਰਕੇ ਜਾਂ ਖਿੱਝ ਕੇ ਨਹੀਂ, ਤੜਫ ਕੇ ਨਹੀਂ। ਜਿਹੜੇ ਤੜਫ ਕੇ ਕਰਦੇ ਆ ਫਿਰ ਇਹੋ ਜੀਆਂ ਜੂਨੀਆਂ 'ਚ ਹੀ ਪੈਂਦੇ ਆ ਮੱਛਾਂ ਦੀਆਂ। ਹਾਂਜੀ, ਚਲਤੇ ਮਗ ਬੋਲਿਓ ਮਰਦਾਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਮੱਛ ਦਾ ਨਿਸਤਾਰਾ ਕਰਕੇ ਚੱਲੇ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਨਾਲ ਮਹਾਰਾਜ ਜੀ ਦੇ ਬਚਨ ਹੋ ਰਹੇ ਨੇ। ਸ਼੍ਰੀ ਪ੍ਰਭ ਬਖਸ਼ੋ ਖਤਾ ਹਮਾਰੀ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ ਮੈਂ ਬੜੀਆਂ ਭੁੱਲਾਂ ਕਰਦਾ ਮਹਾਰਾਜ, ਮੈਂ ਬੜੇ ਗੁਨਾਹ ਕਰਦਾ। ਸਤਿਗੁਰੂ ਜੀ ਤੁਸੀਂ ਮੇਰੇ ਸੁਆਮੀ ਹੋ, ਕਿਰਪਾ ਕਰਕੇ ਮੇਰੀਆਂ ਭੁੱਲਾਂ ਬਖਸ਼ ਦਿਓ। ਮਹਾਰਾਜ ਮੈਂ ਬੜੀਆਂ ਭੁੱਲਾਂ ਕੀਤੀਆਂ, ਪਹਿਲਾਂ ਬੜੀਆਂ ਭੁੱਲਾਂ ਕਰਦਾ। ਮਹਾਰਾਜ ਜੀ ਤੁਸੀਂ ਬਖਸ਼ੰਦ ਹੋ, ਕਿਰਪਾ ਕਰਕੇ ਮੇਰੀਆਂ ਭੁੱਲਾਂ ਬਖਸ਼ ਲਓ। ਮੈਂ ਨਹਿ ਮਹਿਮਾ ਲਖੀ ਤੁਮਾਰੀ। ਮਹਾਰਾਜ ਜੀ ਮੈਂ ਤੁਹਾਡੀ ਮਹਿਮਾ ਨਹੀਂ ਜਾਣੀ। ਪਟਨਾ ਸਾਹਿਬ ਵੀ ਮੈਂ ਤੁਹਾਡੇ ਤੇ ਕਿੰਤੂ ਕੀਤਾ ਮਹਾਰਾਜ, ਤੁਹਾਡਾ ਇੱਥੇ ਦਿਲ ਲੱਗ ਗਿਆ, ਜਾਣਾ ਨਹੀਂ ਕਿਤੇ। ਮਹਾਰਾਜ ਮੈਂ ਤੁਹਾਡੀ ਮਹਿਮਾ ਨਹੀਂ ਜਾਣੀ, ਮੈਂ ਬੜੀਆਂ ਭੁੱਲਾਂ ਕੀਤੀਆਂ ਨੇ, ਕਿਰਪਾ ਕਰਕੇ ਮੇਰੀਆਂ ਭੁੱਲਾਂ ਬਖਸ਼ ਲਓ। ਸਨਮੁਖ ਬਚਨ ਕਹਿਤ ਨਿਤ ਰਹਤਾ। ਮਹਾਰਾਜ ਮੈਂ ਤੁਹਾਡੇ ਸਾਹਮਣੇ ਬੋਲਦਾ ਰਹਿਣਾ। ਪਟਨਾ ਸਾਹਿਬ ਵੀ ਬੋਲਿਆ ਮਹਾਰਾਜ ਜੀ, ਮੈਂ ਆਪ ਜੀ ਦੇ ਸਨਮੁਖ ਹਮੇਸ਼ਾ ਬੋਲਦਾ ਹਾਂ। ਆਦਰ ਰਾਖਨ ਬਿਦ ਨਹਿ ਲਹਤਾ। ਮੈਂ ਤੁਹਾਡਾ ਆਦਰ ਨਹੀਂ ਰੱਖਦਾ ਸਤਿਗੁਰੂ, ਤੁਹਾਡਾ ਸਤਿਕਾਰ ਨਹੀਂ ਕਰਦਾ। ਮੇਰਾ ਜਿਹੜਾ ਜਨਮ ਦਾ ਸੁਭਾਅ ਹੈ ਉਹਦੇ ਮੁਤਾਬਕ ਮੈਂ ਕਈ ਵਾਰੀ ਆਪ ਜੀ ਦਾ ਨਿਰਾਦਰ ਕਰਦਾ ਹਾਂ। ਬਿਗਸ ਬਦਨ ਤੇ ਬਚਨ ਉਚਾਰੇ। ਜਦੋਂ ਭਾਈ ਮਰਦਾਨੇ ਨੇ ਉਹ ਬੇਨਤੀ ਕੀਤੀ, ਸੁਣ ਕੇ ਖੁਸ਼ੀ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਬੋਲੇ, ਪੂਰਬ ਬਖਸ਼ੇ ਗੁਣ ਹੈ ਤੁਮਾਰੇ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆ ਤੇਰੇ ਜਿਤਨੇ ਪੂਰਬਲੇ ਗੁਨਾਹ ਨੇ ਅਸੀਂ ਸਾਰੇ ਬਖਸ਼ੇ ਹੋਏ ਨੇ। ਤੇਰੇ ਪੂਰਬਲੇ ਸਾਰੇ ਹੀ ਗੁਨਾਹ, ਸਾਰੀਆਂ ਹੀ ਭੁੱਲਾਂ ਅਸੀਂ ਬਖਸ਼ੀਆਂ ਨੇ। ਪਾਛੇ ਤੇ ਆਪਣੇ ਸੰਗ ਲੀਨੋ। ਤੇਰੀਆਂ ਸਾਰੀਆਂ ਭੁੱਲਾਂ ਬਖਸ਼ ਕੇ ਹੀ ਤੈਨੂੰ ਅਸੀਂ ਆਪਣੇ ਨਾਲ ਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੀਆਂ ਤੇਰੀਆਂ ਭੁੱਲਾਂ, ਜਿੰਨੇ ਤੇਰੇ ਗੁਨਾਹ, ਉਹ ਬਖਸ਼ ਕੇ ਹੀ ਤੈਨੂੰ ਅਸੀਂ ਆਪਣੇ ਨਾਲ ਲੈ ਕੇ ਟੁਰੇ ਹਾਂ। ਕਿਉਂ ਸੰਸਾ ਤੁਮ ਉਰ ਮਹਿ ਕੀਨੋ। ਤੇ ਭਾਈ ਮਰਦਾਨਾ ਜੀ ਇਹ ਸੰਸਾ ਤੁਸੀਂ ਹੁਣ ਕਿਉਂ ਕੀਤਾ ਮਨ ਚ ਭਲਾ? ਤੁਹਾਡੀਆਂ ਤਾਂ ਭੁੱਲਾਂ ਬਖਸ਼ ਕੇ ਹੀ ਅਸੀਂ ਸੁਲਤਾਨਪੁਰ ਸਾਹਿਬ ਤੋਂ ਤੁਹਾਨੂੰ ਨਾਲ ਲੈ ਕੇ ਟੁਰੇ ਹਾਂ, ਤੇ ਹੁਣ ਤੁਸੀਂ ਇਹ ਸੰਸਾ ਭਲਾ ਕਿਉਂ ਕਰਦੇ ਹੋ? ਦੋਹਰਾ ਬਿਗਸਿਓ ਮਰਦਾਨਾ ਤਬ ਹੈ ਚਲੇ ਸਿੰਧ ਪਰ ਜਾਏ। ਭਾਈ ਸਾਹਿਬ ਸੁਣ ਕੇ ਬੜੇ ਖੁਸ਼ ਹੋਏ। ਮਹਾਰਾਜ
ਆਪ ਜੀ ਦਾ ਧੰਨਵਾਦ ਕਿ ਆਪ ਜੀ ਨੇ ਕਿਰਪਾ ਕਰਕੇ ਮੇਰੀਆਂ ਭੁੱਲਾਂ ਬਖਸ਼ ਕੇ ਨਾਲ ਲਿਆ ਹੋਇਆ। ਇਦਾਂ ਕਹਿ ਕੇ ਭਾਈ ਸਾਹਿਬ ਨਾਲ ਨਾਲ ਜਾ ਰਹੇ ਨੇ। ਤਵ ਖੁਦਾਏ ਮਹਿ ਭੇਦ ਨਹਿ ਇਸ ਬਿਦ ਬਚਨ ਅਲਾਏ। ਸਮੁੰਦਰ ਦੇ ਜਲ ਦੇ ਉੱਤੇ ਟੁਰਦੇ ਜਾ ਰਹੇ ਨੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਵਿੱਚ ਤੇ ਖੁਦਾ 'ਚ ਕੋਈ ਭੇਦ ਨਹੀਂ, ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ। ਕਿਉ ਪਈ ਸ੍ਰੀ ਗੁਰ ਕਹੈ ਨ ਬਚਨ ਅਲਾਵੋ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ ਹੁਣ ਗੁਪਤ ਹੋ ਜਾ, ਹੁਣ ਗੱਲ ਨਾ ਕਰੀ ਕੋਈ, ਚੁੱਪ ਹੋ ਜਾ ਤੂਸ਼ਨ ਮਮ ਪਛਾਤ ਹੈ ਆਵੋ। ਤੇ ਚੁੱਪਚਾਪ ਸਾਡੇ ਪਿੱਛੇ ਚੱਲ ਕੇ ਆ ਜਾ। ਹੇ ਪ੍ਰਭ ਡਰ ਕਾਂ ਕੋ ਅਬ ਮੋਹੀ। ਕਹਿਣ ਲੱਗੇ ਭਾਈ ਮਰਦਾਨਾ ਜੀ ਅੱਗੋਂ, ਮਹਾਰਾਜ ਮੈਨੂੰ ਕਾਹਦਾ ਡਰ ਹੈ ਤੁਹਾਡੇ ਹੁੰਦਿਆਂ ਕਿ ਮੈਂ ਚੁੱਪ ਕਰਾਂ। ਮਹਾਰਾਜ ਜੀ ਕਹਿੰਦੇ ਚੁੱਪ ਕਰ, ਕੋਈ ਬਲਾ ਆਉਂਦੀ ਅੱਗੇ, ਮਰਦਾਨਿਆ ਗੁਪਤ ਹੋ ਜਾ। ਤੇ ਭਾਈ ਮਰਦਾਨਾ ਜੀ ਅੱਗੋਂ ਕਹਿੰਦੇ, ਮਹਾਰਾਜ ਮੈਨੂੰ ਡਰਨ ਦੀ ਕੀ ਲੋੜ ਹੈ, ਤੁਮਰੋ ਸੰਗ ਸਦਾ ਜੋ ਹੋਈ। ਜੇ ਤੁਸੀਂ ਮੇਰੇ ਨਾਲ ਹੋ ਤੇ ਫਿਰ ਮੈਨੂੰ ਕਾਹਦਾ ਡਰ। ਡਰ ਤਾਂ ਹੁੰਦਾ ਜੇ ਤੁਸੀਂ ਮੇਰੇ ਸਿਰ ਤੇ ਨਾ ਹੁੰਦੇ। ਮਹਾਰਾਜ ਜੇ ਤੁਸੀਂ ਮੇਰੇ ਨਾਲ ਹੋ ਤੇ ਫਿਰ ਮੈਨੂੰ ਕਾਹਦਾ ਡਰ। ਬਾਹਰੋ ਭਨਤ ਭਏ ਗਤ ਦਾਏ। ਸਤਿਗੁਰੂ ਜੀ ਸੁਣ ਕੇ ਫਿਰ ਬੋਲੇ, ਕਹਿਣ ਲੱਗੇ, ਅਗਰਜ ਆਵਤ ਵੱਡੀ ਬਲਾਏ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਤੈਨੂੰ ਤਾਂ ਕਹਿੰਦੇ ਆ ਚੁੱਪ ਹੋਣ ਨੂੰ ਕਿ ਅੱਗੇ ਬਲਾ ਬੜੀ ਬੁਰੀ ਆ ਰਹੀ ਹੈ, ਚੁੱਪ ਕਰ ਜਾ। ਤਾਂ ਤੈਨੂੰ ਚੁੱਪ ਕਰਾਉਨੇ ਆ ਵੀ ਅੱਗੇ ਬਲਾ ਬੜੀ ਬੁਰੀ ਆ ਰਹੀ ਹੈ। ਰੂਪ ਭਿਆਨਕ ਦੇਹ ਬਿਸ਼ੇਖੀ। ਜਿਹਦਾ ਰੂਪ ਬੜਾ ਭਿਆਨਕ ਹੈ, ਜਿਹਦੀ ਦੇਹ ਬੜੀ ਵਿਕਰਾਲ ਹੈ। ਚੁੱਪ ਕਰ ਜਾ ਮਰਦਾਨਿਆ। ਖਾਲਸਾ ਜੀ ਬਚਨ ਬੜੇ ਗੌਰ ਨਾਲ ਸੁਣਨ ਵਾਲਾ ਜਨਮ ਸਾਖੀ ਦਾ। ਜਿਹੜੀ ਅੱਗੇ ਬਲਾ ਆ ਰਹੀ ਉਹਨੂੰ ਕਹਿੰਦੇ ਨੇ ਕਲਹ। ਕਲਹ ਕਿਹਨੂੰ ਕਹਿੰਦੇ ਆ? ਕਲਹ ਕਹਿੰਦੇ ਆ ਲੜਾਈ ਨੂੰ। ਤੇ ਲੜਾਈ ਕਿਵੇਂ ਖਤਮ ਹੁੰਦੀ ਹੈ? ਲੜਾਈ ਖਤਮ ਹੁੰਦੀ ਹੈ ਚੁੱਪ ਕੀਤਿਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੇਖੋ ਜਨਮ ਸਾਖੀ ਦਾ ਇੱਕ ਇੱਕ ਬਚਨ ਕਿਤਨਾ ਡੂੰਘਾ। ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਚੁੱਪ ਕਰ ਜਾ, ਬਲਾ ਬੜੀ ਬੁਰੀ ਆਉਂਦੀ ਅੱਗੇ। ਮਰਦਾਨਾ ਕਹਿੰਦਾ, ਮਹਾਰਾਜ ਤੁਹਾਡੇ ਆਉਂਦਿਆਂ ਮੈਨੂੰ ਕੀ ਡਰਨ ਦੀ ਲੋੜ ਹੈ। ਮਹਾਰਾਜ ਕਹਿੰਦੇ, ਅੱਗੇ ਬਹੁਤ ਬੁਰੀ ਬਲਾ ਆ, ਤਾਂ ਤੈਨੂੰ ਕਹਿੰਦੇ ਆ ਚੁੱਪ ਕਰਨ ਨੂੰ। ਇਹ ਸੰਕੇਤ ਹੈ ਕਿ ਜਿੱਥੇ ਭਾਈ ਲੜਾਈ ਝਗੜਾ ਵੱਧਾ ਹੋਵੇ ਬੋਲਣ ਨਾਲ, ਉੱਥੇ ਚੁੱਪ ਕਰਨੀ ਭਲੀ ਹੁੰਦੀ ਹੈ, ਉੱਥੇ ਚੁੱਪ ਰਹਿਣਾ ਭਲਾ ਹੁੰਦਾ ਹੈ। ਚੁੱਪ ਰਿਹਾ, ਜਿਵੇਂ ਸਿਆਣੇ ਕਹਿੰਦੇ, ਇੱਕ ਚੁੱਪ ਤੇ 100 ਸੁੱਖ। ਲੜਾਈ ਤੋਂ ਬਚਣ ਵਾਸਤੇ ਚੁੱਪ ਹੀ ਭਲੀ ਹੈ ਨਾ। ਮਹਾਰਾਜ ਜੀ ਕਹਿੰਦੇ, ਮਰਦਾਨੇ ਅੱਗੇ ਬੜੀ ਬੁਰੀ ਬਲਾ ਹੈ, ਉਹਦਾ ਭਿਆਨਕ ਵਿਕਰਾਲ ਰੂਪ ਹੈ। ਡਰ ਪਾਵਹਿ ਜਿਨ ਅੰਗਨ ਦੇਖੀ। ਉਹਦੇ ਅੰਗਾਂ ਨੂੰ ਵੇਖ ਕੇ ਡਰ ਲੱਗਦਾ, ਭੈ ਪੈਦਾ ਹੁੰਦਾ ਹੈ। ਬੋਲਿਓ ਭੈ ਤਰ ਕੈ ਮਰਦਾਨਾ। ਭਾਈ ਮਰਦਾਨਾ ਜੀ ਭੈ ਕਰਕੇ ਡਰ ਕੇ ਬੋਲੇ, ਕਿਉ ਅਬ ਅਗਰਜ ਕਰਹੁ ਭਿਆਨਾ। ਕਹਿਣ ਲੱਗੇ, ਮਹਾਰਾਜ ਜੀ ਜੇ ਅੱਗੇ ਬੁਰੀ ਬਲਾ ਆ ਤੇ ਫਿਰ ਜਾਂਦੇ ਕਾਹਨੂੰ? ਅੱਗੇ ਮਹਾਰਾਜ ਰੁਕ ਜਾਓ, ਇੱਥੇ ਵਾਪਸ ਮੁੜ ਚੱਲੀਏ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੀ ਇੰਨੀ ਬੁਰੀ ਬਲਾ ਆ ਅੱਗੇ, ਵਿਕਰਾਲ ਹੈ, ਤੇ ਫਿਰ ਕਾਹਨੂੰ ਜਾਣਾ ਅੱਗੇ, ਆਪਾਂ ਇੱਥੋਂ ਮੁੜ ਚੱਲੀਏ। ਤੂਰਨ ਹਟ ਕਰ ਚਲੋ ਪਿਛਾਰੀ। ਚਲੋ ਮਹਾਰਾਜ ਛੇਤੀ ਹਟ ਚੱਲੀਏ, ਮੁੜ ਚੱਲੀਏ, ਖਬਰੇ ਕਿਹੜੀ ਬਲਾ ਜਿਹੜੀ ਤੁਸੀਂ ਦੱਸਦੇ ਹੋ ਆਉਣੀ ਹੈ ਅੱਗੇ। ਰੱਖੋ ਇਸ ਤੇ ਦੇਹ ਹਮਾਰੀ। ਮਹਾਰਾਜ ਇਸ ਬਲਾ ਤੋਂ ਕਿਰਪਾ ਕਰਕੇ ਰੱਖ ਲੋ, ਬਚਾ ਲੋ। ਵਿਖ ਪਿਆ ਤੁਰ ਕਿਰਪਾ ਨਿਦਾਨਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਵੇਖਿਆ ਵੀ ਦੁਖੀ ਹੋ ਕੇ ਬੇਨਤੀ ਕਰਦਾ, ਤੇ ਸਤਿਗੁਰੂ ਦਿਆਲੂ ਹੋ ਕੇ ਬੋਲੇ, ਮੁਸਕਾਵਤ ਮੁਖ ਬਚਨ ਬਖਾਨਾ। ਮਹਾਰਾਜ ਜੀ ਮੁਸਕਰਾ ਕੇ ਨਾ ਹੱਸਦਿਆਂ ਹੋਇਆਂ ਬੋਲੇ, ਭਾਗੇ ਤੇ ਅਬ ਜਾਏ ਨਾ ਦੇਈ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਉਹ ਵੇਖ ਆ ਗਈ ਬਲਾ, ਤੇ ਹੁਣ ਇਹਨੇ ਭੱਜਿਆ ਵੀ ਜਾਣ ਨਹੀਂ ਦੇਣਾ, ਇਹਨੇ ਭੱਜਿਆ ਵੀ ਭਾਗੇ ਤੇ ਅਬ ਜਾਏ ਨਾ ਦੇਈ। ਜੇ ਇੱਥੋਂ ਭੱਜੀਏ ਵੀ ਤੇ ਇਹਨੇ ਜਾਣ ਨਹੀਂ ਦੇਣਾ। ਧਾਏ ਸਮੀਪ ਪਹੁੰਚ ਗਹਿ ਲਈ। ਉਹਨੇ ਤਾਂ ਸਾਡੇ ਭੱਜਣ ਤੋਂ ਵੀ ਸਾਡੀ ਤੇਜ਼ੀ ਨਾਲੋਂ ਵੀ ਕੋਲ ਆ ਕੇ ਤੇਜ਼ੀ ਨਾਲ ਫੜ ਲੈਣਾ। ਦੋਹਰਾ ਜਾਂ ਤੇ ਆਗੇ ਹੀ ਚਲੋ ਭਲੀ ਕਰੈ ਕਰਤਾਰ। ਇਸ ਕਰਕੇ ਮਰਦਾਨਿਆ ਹੁਣ ਪਿੱਛੇ ਨਹੀਂ ਜੇ ਮੁੜਨਾ, ਅੱਗੇ ਹੀ ਚੱਲੀਏ, ਅੱਗੇ ਕਰਤਾਰ ਭਲੀ ਕਰੇਗਾ। ਅਗਾਹਾਂ ਕੋ ਕੁਤਰਾਗ, ਪਿੱਛੇ ਫੇਰ ਨਾ ਮੋੜੜਾ। ਮਹਾਰਾਜ ਜੀ ਕਹਿੰਦੇ ਅੱਗੇ ਹੀ ਚੱਲੀਏ ਮਰਦਾਨਿਆ, ਹੁਣ ਪਿੱਛੇ ਨਹੀਂ ਜੇ ਮੁੜਨਾ,
ਕਰਤਾਰ ਭਲੀ ਕਰੇਗਾ। ਕਲ ਸਨ ਮੁਖ ਆਵਤ ਭਈ ਜਾਹੇ ਵੇਖ ਬਿਕਰਾਰ। ਇਹ ਬਚਨ ਕਹਿ ਕੇ ਸਤਿਗੁਰੂ ਅੱਗੇ ਟੁਰੇ ਜਾਂਦੇ ਆ ਤੇ ਕਲਾ ਆ ਗਈ। ਕਲ ਦਾ ਮਤਲਬ ਹੁੰਦਾ ਕਲਾ। ਇਹ ਨਾਰਦ ਦੀ ਘਰ ਵਾਲੀ ਆ ਕਲਾ, ਜਿਹਨੂੰ ਆਮ ਲਫ਼ਜ਼ਾਂ 'ਚ ਆਪਾਂ ਕਹਿ ਦਿੰਦੇ ਆ ਲੜਾਈ। ਸਾਡੇ ਸਮਾਜ ਦੇ ਵਿੱਚ ਜਿਹੜਾ ਕੋਈ ਬੰਦਾ ਚੁਗਲੀ ਲਾ ਕੇ ਲੜਾਈ ਪੜ੍ਹਾਈ ਕਰਨ ਵਾਲਾ ਹੁੰਦਾ ਨਾ, ਆਪਾਂ ਕੀ ਕਹਿ ਦਿੰਦੇ ਆ, ਫਲਾਣਾ ਬੰਦਾ ਤਾਂ ਨਾਰਦ ਹੈ। ਨਾਰਦ ਕਹਿਣ ਦਾ ਮਤਲਬ ਹੁੰਦਾ ਵੀ ਉਹਦਾ ਕੰਮ ਹੈ ਲੜਾਈ ਪਾਉਣੀ, ਕਿਉਂਕਿ ਨਾਰਦ ਦੀ ਘਰ ਵਾਲੀ ਅਕਲ ਹੈ। ਨਾਰਦ ਭਗਤ ਹੈ ਪਰ ਉਹਦੀ ਘਰ ਵਾਲੀ, ਉਹਦੀ ਜਿਹੜੀ ਅਰਧਾਂਗਣੀ ਦੇਵੀ ਆ, ਉਹ ਕਲਾ ਹੈ। ਤੇ ਸਤਿਗੁਰੂ ਜੀ ਜਦੋਂ ਜਾ ਰਹੇ ਨੇ ਤੇ ਅੱਗੋਂ ਜਿਹੜੀ ਕਲਾ ਸੀ ਉਹ ਬੜਾ ਵਿਕਰਾਲ ਰੂਪ ਲੈ ਕੇ ਸਾਹਮਣੇ ਆਈ। ਚੌਪਈ ਮੇਚਕ ਬਰਨ ਅਰੁਣ ਚਖ ਜਾਂਕੇ। ਇਹਦਾ ਰੰਗ ਕਾਲਾ ਸ਼ਾਹ ਹੈ ਤੇ ਅੱਖਾਂ ਲਾਲ ਸੁਰਖ ਨੇ ਕਲਾ ਦੀਆਂ। ਹਾਂਜੀ। ਦੀਰਗ ਦਾਂਤ ਭਿਆਨਕ ਤਾਂਕੇ। ਜਿਹਦੇ ਦੰਦ ਬੜੇ ਬੜੇ ਵੱਡੇ ਨੇ, ਭਿਆਨਕ ਨੇ, ਡਰਾਉਣੇ ਨੇ। ਆਤ ਨਰਨ ਜਿਹੇ ਗਰੀਵਾ ਡਾਰੀ। ਜਿਹਨੇ ਆਪਣੇ ਗਲ ਦੇ ਵਿੱਚ ਬੰਦਿਆਂ ਦੇ ਪੇਟ ਦੀਆਂ ਜਿਹੜੀਆਂ ਨਾੜਾਂ ਨੇ ਉਹ ਕੱਢ ਕੇ ਪਾਈਆਂ ਹੋਈਆਂ ਖਲਾਰ ਕੇ। ਕਰ ਮਹਿ ਰਕਤ ਕਪਾਲੀ ਧਾਰੀ। ਹੱਥ ਦੇ ਵਿੱਚ ਉਹਨੇ ਮੁਰਦੇ ਦੀ ਖੋਪੜੀ ਫੜੀ ਤੇ ਉਹਦੇ 'ਚ ਖੂਨ ਪਾਇਆ ਹੋਇਆ। ਲੋਹਿਤ ਬਾਲ ਛੁਟੇ ਜਿਸ ਪੀਠਾ। ਔਰ ਉਹਦੇ ਜਿਹੜੇ ਵਾਲ ਨੇ ਸਿਰ ਤੇ ਲਾਲ ਰੰਗ ਦੇ, ਉਹਦੀ ਪਿੱਠ ਦੇ ਉੱਤੇ ਉੱਡਣੇ ਜੇ ਵਾਲ ਨੇ, ਸਿਰ ਦੇ ਉੱਤੇ ਬੜੇ ਭਿਆਨਕ। ਕੰਪਾਵਤ ਸੁਰ ਅਸੁਰ ਹੈ ਢੀਠਾ। ਜਿਹਨੂੰ ਵੇਖ ਕੇ ਦੇਵਤੇ ਵੀ ਡਰ ਜਾਂਦੇ ਆ ਤੇ ਦਾਨਵ ਵੀ ਡਰ ਜਾਂਦੇ ਹਨ। ਇਹੋ ਜੀ ਵਿਕਰਾਲ ਹੈ ਕਲਾ। ਬਦਨ ਪਸਾਰੇ ਸਨ ਮੁਖ ਆਈ। ਮੂੰਹ ਪਾੜ ਕੇ ਦੌੜੀ ਆਉਂਦੀ ਆ ਸਤਿਗੁਰਾਂ ਵੱਲ। ਜਬ ਹੈ ਬਿਲੋਕੀ ਸ਼੍ਰੀ ਜਗ ਸਾਈ। ਜਦੋਂ ਉਹਨੇ ਜਗਤ ਸਾਈਂ ਦੇ ਕੋਲ ਆ ਕੇ ਮਹਾਰਾਜ ਜੀ ਨੂੰ ਮੂੰਹ 'ਚ ਪਾਣਾ ਚਾਹਿਆ, ਸਤਿਗੁਰੂ ਜੀ ਦੀ ਨਿਗਾਹ ਪਈ। ਇੱਕ ਡੰਡਾ ਪੁਨ ਜਲ ਮਹਿ ਦੇਖਾ। ਉੱਥੇ ਹੀ ਪਾਣੀ ਦੇ ਉੱਤੇ ਇੱਕ ਡੰਡਾ ਤਰਦਾ ਸੀ। ਪਾਣੀ ਦੇ ਉੱਤੇ ਨਾ ਇੱਕ ਡੰਡਾ ਉਹ ਤਰ ਰਿਹਾ ਸੀ, ਮਹਾਰਾਜ ਜੀ ਨੇ ਪਕੜਿਆ। ਗਹਿਲੀ ਨੋ ਨਿਜ ਹੱਥ ਵਿਸ਼ੇਖਾ। ਆਪਣੇ ਸੋਹਣੇ ਹੱਥਾਂ ਦੇ ਵਿੱਚ ਪਾਤਸ਼ਾਹ ਨੇ ਉਹ ਡੰਡਾ ਪਕੜ ਲਿਆ। ਤੂਰਨ ਦੌਰੀ ਜਬ ਡਿਗ ਆਈ। ਜਦੋਂ ਦੌੜ ਕੇ ਆਈ ਨਾ ਮੂੰਹ ਪਸਾਰ ਕੇ ਮਹਾਰਾਜ ਜੀ ਦੇ ਵੱਲ, ਸੋ ਡੰਡਾ ਮੁਖ ਦੀਨ ਚਲਾਈ। ਗੁਰਦੇਵ ਨੇ ਵਗਾ ਕੇ ਉਹਦੇ ਮੂੰਹ ਦੇ ਵਿੱਚ ਉਹ ਡੰਡਾ ਮਾਰਿਆ। ਵੱਲ ਕਰ ਗਹਿਨ ਲਗੀ ਨਿਜ ਹੱਥਾ। ਉਹ ਫੜਨ ਲੱਗੀ ਹੱਥਾਂ ਦੇ ਨਾਲ ਵੀ ਇਹ ਡੰਡਾ ਮੈਂ ਹੱਥਾਂ ਨਾਲ ਪਕੜ ਲਵਾਂ। ਕੱਛ ਨਾ ਲਿਓ ਬਸ ਤੇ ਕੇ ਸਾਥਾ। ਪਰ ਉਹਦਾ ਉਸ ਡੰਡੇ ਨੂੰ ਫੜਨ ਵਾਸਤੇ ਵਸ ਨਹੀਂ ਚੱਲਿਆ, ਉਸ ਡੰਡੇ ਨੂੰ ਫੜ ਨਹੀਂ ਸਕੀ। ਜਬ ਕਾ ਅੰਤਰ ਦੁਖਿਤ ਪੁਕਾਰੀ। ਉਹ ਡੰਡਾ ਉਹਦਾ ਸਿੱਧਾ ਮੂੰਹ ਵਿੱਚ ਚਲਾ ਗਿਆ ਤੇ ਸੰਗ 'ਚ ਜਾ ਕੇ ਫਸ ਗਿਆ। ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਹੋਈ ਉਹ ਕਲਾ। ਪੀੜਤ ਹੋਇ ਲੋਚਨ ਅੰਸ ਢਾਰੀ। ਨੇਤਰਾਂ 'ਚੋਂ ਦਰਦ ਦੇ ਨਾਲ ਪਾਣੀ ਵਹਾਉਣ ਲੱਗੀ। ਦੋਹਰਾ ਪੁਨ ਨਾਰਦ ਮਨ ਬੇਨ ਕਰ ਪ੍ਰੇਮ ਭਗਤ ਮੈਂ ਲੀਨ। ਇੰਨੇ ਨੂੰ ਪਿੱਛੇ ਨਾਰਦ ਵੀ ਆ ਗਿਆ, ਕਿਉਂਕਿ ਨਾਰਦ ਨੂੰ ਰੋਕ ਹੀ ਰਿਹਾ ਸੀ ਕਲਾ ਨੂੰ, ਨਾ ਇੱਧਰ ਨੇੜੇ ਨਾ ਜਾਈ, ਇਹ ਪਾਰ ਬ੍ਰਹਮ ਪਰਮੇਸ਼ਵਰ ਨੇ। ਉਹਦੇ ਰੋਕਦਿਆਂ ਮਹਾਰਾਜ ਜੀ ਵੱਲੋਂ ਵਧਣ ਲੱਗੀ ਤੇ ਮੂੰਹ ਦੇ ਵਿੱਚ ਡੰਡਾ ਫਸ ਗਿਆ। ਨਾਰਦ ਦੇ ਹੱਥ ਵਿੱਚ ਬੇਨ ਫੜੀ ਹੋਈ, ਉਹ ਆਇਆ ਮਹਾਰਾਜ ਜੀ ਦੀਆਂ ਸਿਫਤਾਂ ਕਰਦਿਆਂ ਗੁਰਦੇਵ ਨੂੰ ਕਹਿੰਦਾ, ਨਾਰਾਇਣ ਨਾਰਾਇਣ ਆਪ ਨਾਰਾਇਣ ਕਲਾ ਧਾਰ। ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਾਰਾਇਣ ਨਾਰਾਇਣ ਸਤਿਗੁਰਾਂ ਦੇ ਸਨਮੁਖ ਆਇਆ। ਗਾਵਤ ਗੁਣ ਕਰ ਧਾਰ ਕੇ ਆਨੰਦ ਰਸ ਗੁਰ ਕੀਨ। ਮਹਾਰਾਜ ਜੀ ਦੇ ਗੁਣ ਗਾਉਂਦਾ, ਕਰਤਾਰ ਦੇ ਗੁਣ ਗਾਉਂਦਾ ਨਾਰਦ ਸਤਿਗੁਰੂ ਜੀ ਦੇ ਸਨਮੁਖ ਆਇਆ। ਚੌਪਈ ਦੋਹੇ ਦਿਸ਼ ਬੰਦ ਹੈ ਸੀਸ ਨਿਵਾਈ। ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਾਰਦ ਮੁਨੀ ਜੀ ਨੇ ਸੀਸ ਝੁਕਾ ਕੇ ਮੱਥਾ ਟੇਕਿਆ। ਕਹਿ ਕਰ ਕਲ ਕੋ ਦੀਨ ਛੁਟਾਈ। ਮਹਾਰਾਜ ਬਖਸ਼ ਲੋ, ਮੇਰੀ ਘਰ ਵਾਲੀ ਹੈ, ਮਹਾਰਾਜ ਜੀ ਇਹਨੂੰ ਬਖਸ਼ ਲੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਬੰਦ ਖਲਾਸੀ ਕੀਤੀ। ਬਹੁਰ ਬਿਲੋਕਨ ਲਗਿਓ ਸਰੂਪਾ। ਫਿਰ ਸਤਿਗੁਰਾਂ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਨ ਲੱਗੇ ਨਾਰਦ ਜੀ। ਪਾਤਸ਼ਾਹ ਦੇ ਸੁੰਦਰ ਸਰੂਪ ਦੇ ਦੀਦਾਰ ਕਰਨ ਲੱਗੇ। ਬਨੀ ਸੋ ਛਬ ਜਨ ਸੁਦਾ ਅਨੂਪਾ। ਕਹਿੰਦੇ ਇੰਨਾ ਸੋਹਣਾ ਸਰੂਪ ਸਤਿਗੁਰਾਂ ਦਾ, ਇੰਨੀ ਸੁੰਦਰ ਛਵੀ, ਮਾਨੋ ਜਿਵੇਂ ਅੰਮ੍ਰਿਤ ਹੀ ਸੰਸਾਰ ਦੇ ਵਿੱਚ ਸਰੂਪ ਧਾਰਨ ਕਰਕੇ ਆਇਆ ਹੋਵੇ।
ਅੰਮ੍ਰਿਤ ਜੈਸੀ ਛਵੀ ਹੈ। ਪੀਤ ਨ ਤ੍ਰਿਪਤੈ ਲੋਚਨ ਡੋਨੇ। ਮਹਾਰਾਜ ਜੀ ਦੇ ਦਰਸ਼ਨਾਂ ਦਾ ਅੰਮ੍ਰਿਤ ਨਾਰਦ ਮੁਨੀ ਜੀ ਅੱਖਾਂ ਦੇ ਡੋਨਿਆਂ ਨਾਲ ਭਰ ਭਰ ਕੇ ਪੀਂਦੇ, ਪਰ ਮਨ ਨਹੀਂ ਜੇ ਰੱਜਦਾ, ਮਨ ਨਹੀਂ ਜੇ ਤ੍ਰਿਪਤ ਹੁੰਦਾ। ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਹੋਰ ਦਰਸ਼ਨਾਂ ਦੀ ਤਾਂਘ ਹਿਰਦੇ 'ਚ ਜਾਗਦੀ ਹੈ। ਵਰਨਨ ਲਗਾ ਸੋ ਜਸ ਬਚ ਲੋਨੇ। ਸਤਿਗੁਰੂ ਜੀ ਦਾ ਸੁਜਸ ਕਰਦੇ ਨਾਰਦ ਮੁਨੀ ਜੀ, ਮਹਾਰਾਜ ਜੀ ਦੀ ਸੋਭਾ ਕਰਦੇ ਹਨ। ਆਦ ਦਵਾਦਸ਼ ਵਾਕ ਬਖਾਨੇ। ਜਿਹੜੇ 12 ਵਾਕ ਨੇ ਮਹਾਵਾਕ, 4 ਵਾਕ ਨੇ ਮਹਾਵਾਕ, ਉਹਨਾਂ ਨੂੰ 3-3 ਮਾਤਰਾਵਾਂ ਕਰਕੇ ਜਦੋਂ ਵਿਸਥਾਰ ਕੀਤਾ ਜਾਂਦਾ ਹੈ ਤੇ ਫਿਰ ਉਹਨਾਂ ਦੀ ਕੁੱਲ ਗਿਣਤੀ 12 ਬਣ ਜਾਂਦੀ ਹੈ। 4 ਵਾਕ ਕਿਹੜੇ ਨੇ ਮੁੱਖ? ਜਿਵੇਂ ਅਹੰ ਬ੍ਰਹਮਸਮੀ, ਤਤ ਤਵੰ ਅਸੀ, ਇਸੇ ਤਰ੍ਹਾਂ ਅਥੋਨ। ਇਹ ਜਿਹੜੇ 4 ਮਹਾਵਾਕ ਨੇ, ਜਿਹੜੇ 4 ਵੇਦਾਂ ਦੇ ਮੁੱਖ ਮੰਨੇ ਜਾਂਦੇ ਹਨ। ਅਯਮ ਆਤਮਾ ਬ੍ਰਹਮ ਪ੍ਰਗਿਆਨੰਦਮ ਬ੍ਰਹਮ, ਇਹ 4 ਮਹਾਵਾਕ ਨੇ। ਇਹ ਨਾਰਦ ਜੀ ਨੇ ਆਣ ਕੇ ਉਚਾਰਨ ਕੀਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਪਮਾ ਵਿੱਚ। ਬ੍ਰਹਮ ਪ੍ਰਤੀ ਸਰੂਪ ਪਛਾਨੇ। ਇਹ ਬ੍ਰਹਮ ਦੇ ਸਰੂਪ ਦਾ ਵਿਸ਼ੇਸ਼ਣ ਹੈ। ਬ੍ਰਹਮ ਦੇ ਸਰੂਪ ਨੂੰ ਇਹ ਦੱਸਦੇ ਹਨ 4 ਮਹਾਵਾਕ। ਭਾਗ ਤਿਆਗ ਲਕਸ਼ਣਾ ਬਿਰਤੀ ਦੁਆਰਾ, ਇਹਨਾਂ 4 ਮਹਾਵਾਕਾਂ ਦੁਆਰਾ ਬ੍ਰਹਮ ਦੇ ਸਰੂਪ ਦਾ ਨਿਰਣਾ ਹੁੰਦਾ ਹੈ। ਤਿਨ ਤੇ ਬਿਦ ਪੁਨ ਬੇਦ ਉਚਾਰੇ। ਇਹਨਾਂ ਤੋਂ ਹੀ ਅੱਗੇ ਵੇਦ ਬਣੇ ਆ ਸਾਰੇ। ਜਿਹੜੇ 4 ਮਹਾਵਾਕ ਨੇ ਨਾ, ਵੇਦ ਅੱਗੇ ਇਹਨਾਂ ਤੋਂ ਹੀ ਬਣੇ ਆ। ਪ੍ਰਗਿਆਨੰਦ ਬ੍ਰਹਮ, ਜਾਂ ਅਯੰ ਆਤਮਾ ਬ੍ਰਹਮ, ਜਾਂ ਅਹੰ ਬ੍ਰਹਮਸਮੀ, ਤਤ ਤਵੰ ਅਸੀ, ਇਹਨਾਂ ਦੀ ਵਿਆਖਿਆ ਅੱਗੇ 4 ਵੇਦਾਂ ਦੇ ਵਿੱਚ, ਉਹਦੀ ਵਿਆਖਿਆ ਇਹਨਾਂ ਮਹਾਵਾਕਾਂ ਦੀ ਚੱਲ ਰਹੀ ਹੈ। ਸਤਜੁਗ ਧਰਮ ਕੀਨ ਪ੍ਰਤਪਾਰੇ। ਜਿਹੜੇ ਸਤਯੁਗ ਦੇ ਵਿੱਚ ਜੀਵ ਸਨ, ਉਹਨਾਂ ਨੇ ਧਰਮ ਦੀ ਪਾਲਣਾ ਕੀਤੀ। ਨਾਮ ਹੈ ਸੰਗ ਯੋਗ ਉਪਦੇਸ਼ਾ। ਉਦੋਂ ਨਾਮ ਦੇ ਨਾਲ ਯੋਗ ਦਾ ਉਪਦੇਸ਼ ਦਿੱਤਾ ਜਾਂਦਾ ਸੀ ਸਤਯੁਗ ਵਿੱਚ। ਨਾਮ ਨੇ ਮੁਕਤੀ ਕੀਤੀ ਆ ਸਤਯੁਗ ਵਿੱਚ ਵੀ ਜੀਵਾਂ ਦੀ, ਪਰ ਨਾਮ ਨਾਲ ਯੋਗ ਦੱਸਿਆ ਜਾਂਦਾ ਸੀ। ਲੰਮੀਆਂ ਉਮਰਾਂ ਸਨ ਲੋਕਾਂ ਦੀਆਂ, ਉਹ ਯੋਗ ਸਾਧਨਾ ਵੀ ਕਰਦੇ ਸਨ। ਸਿਮਰਹਿ ਨਰ ਜੇ ਕਟੇ ਕਲੇਸ਼ਾ। ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਸਨ, ਉਹਨਾਂ ਦੇ ਕਲੇਸ਼ ਕੱਟੇ ਜਾਂਦੇ ਸਨ। ਸਤਿਗੁਰੂ ਜੀ ਨਾਰਦ ਮੁਨੀ ਜੀ ਇਦਾਂ ਕਹਿ ਰਹੇ ਨੇ। ਬਹੁਰ ਨਰਨ ਕੀ ਅਲਪ ਮਨੀਖਾ। ਫਿਰ ਹੌਲੇ ਹੌਲੇ ਜਿਵੇਂ ਸਮਾਂ ਬੀਤਿਆ, ਜੀਵਾਂ ਦੀ ਅਲਪ ਬੁੱਧੀ ਹੋਈ ਕਲੀ ਕਾਲ ਵਿੱਚ। ਤਿਨਹਿ ਦੇਖਦੀ ਨੀ ਅਸ ਸਿੱਖਾ। ਇਹ ਗੁਰੂ ਨਾਨਕ ਸਾਹਿਬ ਉਹਨਾਂ ਜੀਵਾਂ ਤੇ ਤਰਸ ਕਰਕੇ, ਉਹਨਾਂ ਦੀ ਦਸ਼ਾ ਵੇਖ ਕੇ ਤੁਸੀਂ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਮਨ ਭੂਪਤ ਕੇ ਹੋਇਆ ਕਰ ਦੁਆਰਾ। ਮਹਾਰਾਜ ਪਹਿਲਾ ਮਨੂ ਰਾਜਾ ਹੋਇਆ, ਉਸ ਮਨੂ ਨੇ ਆਪਣੀਆਂ ਸਿਮਰਤੀਆਂ ਦੁਆਰਾ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦਿੱਤਾ ਆਪਣੇ ਮਤ ਮੁਤਾਬਕ। ਸ਼ੁਭ ਸਿਮਰਤ ਕੋ ਕੀਨ ਉਚਾਰਾ। ਉਹਨੇ ਸਿਮਰਤੀਆਂ ਆਦਿਕ ਉਚਾਰਨ ਕੀਤੀਆਂ। ਸਿਮਰਨ ਨਾਮ ਯੱਗ ਕੋ ਕਰਨਾ। ਉਹ ਕਹਿੰਦਾ ਸੀ ਸਿਮਰਨ ਨਾਮ ਵੀ ਸਿਮਰੋ ਤੇ ਨਾਲ ਯੱਗ ਵੀ ਕਰੋ। ਉਹ ਨਾਲ ਯੱਗ ਕਰਨ ਦੀ ਪੂਜਾ ਵੀ ਕਹਿੰਦਾ ਸੀ। ਤ੍ਰੇਤੇ ਯੁਗ ਮਹਿ ਨੀਕੇ ਧਰਮਾ। ਤ੍ਰੇਤੇ ਯੁਗ ਦਾ ਆਪਣਾ ਧਰਮ ਰਿਹਾ ਹੈ। ਤਾਹੀ ਕਰਬਹੁ ਕੀ ਗਤ ਕੀਨੀ। ਉਹ ਤ੍ਰੇਤੇ ਯੁਗ ਦੇ ਵਿੱਚ ਉਹਨਾਂ ਨੇ ਨਾਮ ਦੇ ਨਾਲ ਯੱਗ ਦੱਸਿਆ। ਸਤਯੁਗ ਵਿੱਚ ਨਾਮ ਨਾਲ ਯੋਗ ਦੱਸਿਆ। ਤ੍ਰੇਤੇ ਦੇ ਵਿੱਚ ਨਾਮ ਜਪਣ ਦੇ ਨਾਲ ਮਨੂ ਸਿਮਰਤੀਆਂ ਦੇ ਵਿੱਚ ਮਨੂ ਨੇ ਯੱਗ ਕਰਨ ਦੀ ਲੋਕਾਂ ਨੂੰ ਆਗਿਆ ਕੀਤੀ। ਧਰਮ ਰੀਤ ਪ੍ਰਤਪਾਰ ਪ੍ਰਬੀਨੀ। ਔਰ ਧਰਮ ਦੀ ਰੀਤ ਦੀ ਪਾਲਣਾ ਕੀਤੀ ਲੋਕਾਂ ਨੇ। ਪੁਨ ਤਾਂ ਤੇ ਮਤ ਮੰਦ ਪੁਮਾਨਾ। ਦੁਆਪਰ ਚ ਹੋਰ ਲੋਕ ਮਾੜੀ ਮੱਤ ਵਾਲੇ ਹੋ ਗਏ, ਮਲਨ ਮੱਤ ਵਾਲੇ ਹੋ ਗਏ। ਤਿਨਹਿ ਦੇਖ ਕੀਏ ਪੁਰਾਨਾ। ਉਹਨਾਂ ਨੂੰ ਵੇਖ ਕੇ ਫਿਰ ਪੁਰਾਣ ਰਚੇ ਗਏ, ਪੁਰਾਣ ਬਣਾਏ ਗਏ 18। ਵਿਆਸ ਰੂਪ ਹੋਇਆ ਸੁਗਮ ਬਖਾਨੇ। ਵਿਆਸ ਜੀ ਨੇ ਪ੍ਰਗਟ ਹੋ ਕੇ ਉਹ ਪੁਰਾਣਾਂ ਦੀ ਰਚਨਾ ਕੀਤੀ ਸੁਗਮ ਤਰੀਕੇ ਨਾਲ। ਨਾਮ ਭਜਨ ਪੂਜਾ ਸੁਦ੍ਰਿੜਾਨੇ। ਉਹਨਾਂ ਨੇ ਨਾਮ ਭਗਤੀ ਦ੍ਰਿੜ ਕਰਾਈ ਲੋਕਾਂ ਨੂੰ। ਇਵ ਦੁਆਪੁਰ ਮਹਿ ਕੀਨ ਉਧਾਰਾ। ਉਹਦੇ ਨਾਲ ਪੂਜਾ ਦੀ ਮਰਿਆਦਾ ਚਲਾਈ। ਏਦਾਂ ਦੁਆਪਰ ਦੇ ਵਿੱਚ ਵੀ ਨਾਮ ਨਹੀਂ ਜੀਵਾਂ ਨੂੰ ਤਾਰਿਆ। ਜਗਤ ਧਰਮ ਨੀਕੇ ਪ੍ਰਤਪਾਰਾ। ਏਦਾਂ ਜਗਤ ਦੇ ਧਰਮ ਦੀ ਪਾਲਣਾ ਭਲੀ ਪ੍ਰਕਾਰ ਨਾਲ ਰਿਸ਼ੀਆਂ ਮੁਨੀਆਂ ਮਹਾਂਪੁਰਖਾਂ ਨੇ ਕੀਤੀ। ਅਬ ਕਲ ਕਾਲ ਮਨੀਖਾ ਹੀਨੇ। ਮਹਾਰਾਜ ਹੁਣ ਕਲਯੁਗ ਵਿੱਚ ਤਾਂ ਜੀਵਾਂ ਦੀ ਮੱਤ ਰਹੀ ਨਹੀਂ। ਸਤਯੁਗ ਵਿੱਚ ਸੀ, ਤ੍ਰੇਤੇ 'ਚ ਹੋਰ ਘਟ ਗਈ, ਦੁਆਪਰ 'ਚ ਹੋਰ ਘਟ ਗਈ, ਤੇ ਕਲਯੁਗ ਵਿੱਚ ਤਾਂ ਮਹਾਰਾਜ ਜੀ ਜੀਵਾਂ ਦੀ ਮੱਤ ਹੀ ਮੰਦ ਹੋ ਗਈ। ਹਾਂਜੀ, ਲੰਪਟ ਵਿਸ਼ੇ ਪੁਮਾਨ ਮਲੀਨੇ। ਜੀਵ ਵਿਸ਼ਿਆਂ ਵਿਕਾਰਾਂ 'ਚ ਲੰਪਟ ਹੋ ਗਏ।
ਵਿਕਾਰਾਂ ਦੇ ਵਿੱਚ ਲੋਭੀ ਹੋ ਕੇ ਵਿਕਾਰੀ ਹੋ ਗਏ। ਤਿਨ ਕੇ ਹਿਤ ਕਰ ਕੈ ਸੁਠ ਬਾਨੀ। ਇਹ ਸਤਿਗੁਰੂ ਜੀ ਉਹਨਾਂ ਜੀਵਾਂ ਦੇ ਭਲੇ ਵਾਸਤੇ ਤੁਸੀਂ ਸਰੀਰ ਧਾਰਨ ਕਰਕੇ ਆਏ ਹੋ ਗੁਰੂ ਨਾਨਕ ਸਾਹਿਬ। ਇਹੋ ਜੇ ਕਲੀ ਕਾਲ ਦੇ ਜੀਵਾਂ ਦੇ ਉਦਾਹਰਨੇ ਨਮਿਤ ਆਏ ਹੋ। ਏਕ ਨਾਮ ਉਪਦੇਸ਼ ਹੋ ਪ੍ਰਾਨੀ। ਇੱਕ ਨਾਮ ਜਪਣ ਦਾ ਹੀ ਉਪਦੇਸ਼ ਤੁਸੀਂ ਸੰਸਾਰ ਦੇ ਪ੍ਰਾਣੀਆਂ ਨੂੰ ਦੱਸਦੇ ਹੋ। ਸਿਮਰਹਿ ਸਦਾ ਮਿਲੇ ਸਤ ਸੰਗਾ। ਜਿਹੜਾ ਨਾਮ ਸਿਮਰਦਾ ਸਾਧ ਸੰਗਤ ਵਿੱਚ ਮਿਲ ਕੇ ਕਰਹੁ ਬਹੁਤ ਮਨ ਜਨ ਭ੍ਰਮ ਭੰਗਾ। ਉਹਨਾਂ ਮਨੁਜਾਂ ਦੇ ਉਹਨਾਂ ਜੀਵਾਂ ਦੇ ਭਰਮਾਂ ਦਾ ਤੁਸੀਂ ਨਾਸ ਕਰਦੇ ਹੋ। ਜਗ ਸਾਗਰ ਤੇ ਲੈ ਹੋਇ ਬਾਰੀ। ਔਰ ਉਹਨਾਂ ਨੂੰ ਇਹ ਸੰਸਾਰ ਸਮੁੰਦਰ ਤੋਂ ਉਭਾਰ ਲੈਂਦੇ ਹੋ, ਰੱਖ ਲੈਂਦੇ ਹੋ ਜਿਹੜੇ ਨਾਮ ਜਪਦੇ ਹਨ। ਮਨ ਹੈ ਨਰ ਜੇ ਰਜਾਏ ਤੁਮਾਰੀ। ਜਿਹੜੇ ਜੀਵ ਤੁਹਾਡੀ ਰਜਾ ਮੰਨਦੇ ਨੇ, ਤੁਹਾਡਾ ਹੁਕਮ ਮੰਨਦੇ ਨੇ, ਜਬ ਜਬ ਦੇਖੋ ਧਰਮ ਗਿਲਾਨਾ। ਮਹਾਰਾਜ ਉਹਨਾਂ ਨੂੰ ਤੁਸੀਂ ਤਾਰ ਦਿੰਦੇ ਹੋ ਸੰਸਾਰ ਤੋਂ। ਜਦੋਂ ਜਦੋਂ ਵੀ ਸੰਸਾਰ ਵਿੱਚ ਧਰਮ ਦੀ ਗਿਲਾਨੀ ਹੁੰਦੀ ਹੈ, ਜਦੋਂ ਜਦੋਂ ਵੀ ਇਹ ਸੰਸਾਰ ਦੇ ਵਿੱਚ ਧਰਮ ਭ੍ਰਸ਼ਟ ਹੋਣ ਲੱਗਦਾ ਹੈ, ਤਬ ਤਬ ਧਾਰੇ ਅਵਤਾਰ ਮਹਾਨਾ। ਉਦੋਂ ਹੀ ਵਾਹਿਗੁਰੂ ਜੀ ਤੁਸੀਂ ਸੰਸਾਰ ਵਿੱਚ ਅਵਤਾਰ ਧਾਰਨ ਕਰਕੇ ਆਉਂਦੇ ਹੋ। ਪਹਿਲਾਂ ਤਾਂ ਦੇਵਤੇ ਆਉਂਦੇ ਰਹੇ ਅਵਤਾਰ ਧਾਰਨ ਕਰਕੇ, ਪਰ ਕਲਯੁਗ ਵਿੱਚ ਜਦੋਂ ਧਰਮ ਬਿਲਕੁਲ ਹੀ ਨਿੱਗਰ ਗਿਆ, ਪੰਖ ਲਾ ਕੇ ਉੱਡ ਗਿਆ, ਉਸ ਧਰਮ ਨੂੰ ਰੱਖਣ ਵਾਸਤੇ ਹੈ ਪਾਰ ਬ੍ਰਹਮ ਪਰਮੇਸ਼ਰ ਜੀ ਤੁਸੀਂ ਗੁਰੂ ਨਾਨਕ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋਏ ਹੋ। ਸਤਿ ਸ੍ਰੀ ਅਕਾਲ। ਗਰੀਬ ਨਵਾਜ ਜੀ ਤੁਸੀਂ ਪਾਰ ਬ੍ਰਹਮ ਪਰਮੇਸ਼ਵਰ ਰੂਪ ਹੋ ਕੇ ਸੰਸਾਰ ਵਿੱਚ ਆਇਓ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ 'ਚ ਕਿਹਾ, ਯਦਾ ਯਦਾ ਹੇ ਧਰਮੈ ਭਵਸਿਆ ਗਿਲਾਨੀ। ਜਿਵੇਂ ਜਿਵੇਂ ਸੰਸਾਰ ਦੇ ਵਿੱਚ ਧਰਮ ਗਿਲਾਨੀ ਨੂੰ ਪ੍ਰਾਪਤ ਹੁੰਦਾ, ਤਦਾ ਤਦਾ ਮੈਂ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਆਉਣਾ ਧਰਮ ਨੂੰ ਉਭਾਰਨ ਵਾਸਤੇ। ਮਹਾਰਾਜ ਜੀ ਤੁਸੀਂ ਤਾਂ ਆਪ ਹੀ ਆ ਗਏ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਰੂਪ ਹੋ ਕੇ। ਕਿਉਂ ਆਏ? ਕਿਉਂਕਿ ਕਲਯੁਗ ਵਿੱਚ ਤਾਂ ਧਰਮ ਕਿਤੇ ਨਜ਼ਰ ਹੀ ਨਹੀਂ ਸੀ ਆਉਂਦਾ। ਬਿਲਕੁਲ ਹੀ ਧਰਮ ਭ੍ਰਸ਼ਟ ਹੋ ਚੱਲਿਆ ਸੀ, ਖੰਭ ਲਾ ਕੇ ਉੱਡ ਚੱਲਿਆ ਸੀ। ਆਪ ਜੀ ਨੇ ਆ ਕੇ ਧਰਮ ਦੇ ਸਥਾਪਨ ਲਈ ਅਵਤਾਰ ਧਾਰਨ ਕੀਤਾ ਹੈ। ਆਪ ਕਰੋ ਤਾਂ ਕੀ ਪ੍ਰਤਪਾਰਾ। ਤੁਸੀਂ ਆਪ ਧਰਮ ਦੀ ਪਾਲਣਾ ਕਰਦੇ ਹੋ। ਕਲਗੀਆਂ ਵਾਲੇ ਸੁਆਮੀ ਵੀ ਲਿਖਦੇ ਬਚਿੱਤਰ ਨਾਟਕ ਵਿੱਚ, ਕਹਿੰਦੇ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਖਾਰਨ। ਕਹਿੰਦੇ ਅਸੀਂ ਸੰਸਾਰ ਵਿੱਚ ਧਰਮ ਚਲਾਉਣ ਲਈ, ਸੰਤ ਜਨਾਂ ਨੂੰ ਉਭਾਰਨ ਲਈ ਔਰ ਦੁਸ਼ਟਾਂ ਦੋਖੀਆਂ ਦੀਆਂ ਜੜ੍ਹਾਂ ਪੁੱਟਣ ਲਈ ਆਏ ਹਾਂ। ਮਹਾਰਾਜ ਜੀ ਆਪ ਜੀ ਤਾਂ ਆਏ ਸੰਸਾਰ ਵਿੱਚ ਧਰਮ ਦੀ ਪਾਲਣਾ ਵਾਸਤੇ ਹੋ। ਹਾਂਜੀ, ਸਭ ਮੇਰੇ ਯਾਦ ਰੱਖੋ ਸੁਖ ਸਾਰਾ। ਮਹਾਰਾਜ ਜੀ ਤੁਸੀਂ ਸਾਰੀ ਮਰਿਆਦਾ ਸੰਸਾਰ ਦੇ ਵਿੱਚ ਰੱਖਦੇ ਹੋ। ਹੋਇ ਪ੍ਰਸੰਨ ਨਾਰਦ ਮੁਨ ਤਾਈ। ਏਦਾਂ ਨਾਰਦ ਮੁਨੀ ਜੀ ਬੜੇ ਖੁਸ਼ ਹੋਏ ਸਤਿਗੁਰਾਂ ਦੀ ਉਪਮਾ ਕਰਕੇ। ਬੋਲੇ ਮ੍ਰਿਦੁਲ ਗਿਰਾ ਸੋ ਗੁਸਾਈ। ਜਗਤ ਗੁਰੂ ਪਾਤਸ਼ਾਹ ਜੀ ਬੋਲੇ ਨਾਰਦ ਨੂੰ ਕਹਿਣ ਲੱਗੇ, ਸਭ ਮੁਨੀਨ ਈਸ਼ਰ ਰਿਖ ਦੇਵਾ। ਮਹਾਰਾਜ ਜੀ ਕਹਿੰਦੇ ਜਿੰਨੇ ਮੁਨੀ ਨੇ ਉਹਨਾਂ ਮੁਨੀਆਂ ਵਿੱਚੋਂ ਸਾਰਿਆਂ ਦੇ ਈਸ਼ਵਰ ਮੁਨੀ ਨਾਰਦ ਜੀ ਤੁਸੀਂ ਹੋ। ਜਿੰਨੇ ਮੁਨੀ ਨੇ ਉਹਨਾਂ ਮੁਨੀਆਂ ਚੋਂ ਸਭ ਤੋਂ ਸ੍ਰੇਸ਼ਟ ਮੁਨੀ ਤੁਸੀਂ ਹੋ। ਧੰਨ ਧੰਨ ਤਮ ਉਤਮ ਭੇਵਾ। ਤੁਸੀਂ ਧੰਨ ਹੋ ਕਿਉਂਕਿ ਤੁਸੀਂ ਪਰਮੇਸ਼ਰ ਦੀ ਭਗਤੀ ਨੂੰ ਗ੍ਰਹਿਣ ਕੀਤਾ ਹੈ, ਅਕਾਲ ਪੁਰਖ ਦੀ ਭਗਤੀ ਨੂੰ ਆਪਣੇ ਹਿਰਦੇ 'ਚ ਸਵਕਾਰਿਆ। ਜੋ ਬੈਰਾਟ ਰੂਪ ਕਰਤਾਰਾ। ਜਿਹੜਾ ਕਰਤਾਰ ਦਾ ਵਿਰਾਟ ਸਵਰੂਪ ਹੈ, ਦੇਹ ਕੋ ਮਨ ਹੋਇਆ ਦੇਹ ਤੁਮਾਰਾ। ਉਹਦਾ ਮਨ ਤੁਸੀਂ ਹੋ, ਤੁਹਾਡੀ ਇਹ ਦੇਹ ਉਸ ਦਾ ਮਨ ਹੈ। ਭਗਤ ਸ਼ਿਰੋਮਣ ਪ੍ਰੇਮ ਪ੍ਰਬੀਨਾ। ਤੁਸੀਂ ਭਗਤਾਂ 'ਚ ਸ਼੍ਰੋਮਣੀ ਹੋ, ਪ੍ਰੇਮ 'ਚ ਭਿੱਜੇ ਰਹਿੰਦੇ ਹੋ। ਤੁਮ ਸਮਾਨ ਕੋ ਅਪਰ ਨ ਚੀਨਾ। ਤੁਹਾਡੇ ਸਮਾਨ ਭਗਤ ਹੋਰ ਨਹੀਂ, ਤੁਸੀਂ ਸ਼੍ਰੋਮਣੀ ਭਗਤ ਹੋ। ਸ਼੍ਰੀ ਕਰਤਾਰ ਸੋ ਜਸ ਸਮ ਨੀਰਾ। ਔਰ ਕਰਤਾਰ ਅਕਾਲ ਪੁਰਖ ਜੀ ਦਾ ਜਿਹੜਾ ਸੁਜਸ ਹੈ ਉਹ ਪਾਣੀ ਵਾਂਗੂ ਹੈ। ਦੇਹ ਕੋ ਮੀਨ ਕੀਨ ਮਨ ਧੀਰਾ। ਉਹਦੇ ਵਿੱਚ ਤੁਹਾਡਾ ਮਨ ਮੱਛੀ ਬਣ ਕੇ ਮਿਲਿਆ ਰਹਿੰਦਾ ਹੈ। ਪਰਮੇਸ਼ਰ ਦਾ ਜਸ ਪਾਣੀ ਆ ਔਰ ਤੁਹਾਡਾ ਮਨ ਉਸ ਜਸ ਰੂਪੀ ਪਾਣੀ ਵਿੱਚ ਮੀਨ ਬਣ ਕੇ, ਮੱਛੀ ਬਣ ਕੇ ਮਿਲਿਆ ਰਹਿੰਦਾ ਹੈ। ਅਸ ਪ੍ਰਕਾਰ ਮਿਲੇ ਆਪਸ ਮਾਹੀ। ਏਦਾਂ ਆਪਸ ਵਿੱਚ ਬਚਨ ਬਿਲਾਸ ਹੋਏ। ਸਤਿਗੁਰੂ ਜੀ ਨੇ ਵੀ ਨਾਰਦ ਜੀ ਦਾ ਸਤਿਕਾਰ ਕੀਤਾ। ਜੇ ਉਹਨੇ ਆ ਕੇ ਉਪਮਾ ਕੀਤੀ ਤੇ ਮਹਾਰਾਜ ਜੀ ਨੇ ਵੀ ਆਪਣੇ ਭਗਤ ਦੀ ਭਗਤੀ ਆ ਨਾਰਦ ਜੀ ਦੀ, ਤੇ ਨਾਰਦ ਜੀ ਦੀ ਭਗਤੀ ਦਾ ਸਤਿਕਾਰ ਸਤਿਗੁਰੂ ਜੀ ਨੇ ਵੀ ਕੀਤਾ। ਦਹੂੰ ਦਿਸ਼ਨ ਥੋ ਰੋਹਿਤ ਨਾਹੀ। ਦੋਹਾਂ ਪਾਸਿਓਂ ਬੜਾ ਪ੍ਰੇਮ ਉਮ ਗਿਆ। ਮੁਨ ਨਾਰਦ ਮੁਨ ਕਲ ਕੋ ਲਿਆਇਓ। ਫਿਰ ਨਾਰਦ ਜਿਹੜੀ ਕਲਾ ਪਾਸੇ ਦੂਰ ਜੀ ਬੈਠੀ ਸੀ, ਉਹਦੀ ਬਾਹ ਫੜ ਕੇ, ਉਹਦਾ ਵੀ ਦੁੱਖ ਸੀ ਕਲਾ ਨੂੰ,
ਉਹ ਮਹਾਰਾਜ ਜੀ ਕੋਲ ਲਿਆ ਕੇ ਹਾਜ਼ਰ ਕੀਤੀ। ਭਾਏ ਗੁਰੂ ਭਗ ਬਚਨ ਅਲਾਇਓ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਾ ਕੇ ਆਖਿਆ ਨਮਸਕਾਰ ਕਰ ਗੁਰਦੇਵ ਨੂੰ। ਬੇਨਤੀ ਕਰਕੇ ਕਹਿਣ ਲੱਗੇ ਭਈ ਭੂਲ ਇਸ ਕੀ ਬਖਸ਼ੀਜੈ। ਮਹਾਰਾਜ ਨੇ ਭੁੱਲ ਕੀਤੀ ਆ, ਤੁਹਾਡੇ ਤੇ ਹਮਲਾ ਕੀਤਾ ਇਹਨੇ, ਇਹਦੀ ਭੁੱਲ ਬਖਸ਼ ਦਿਓ। ਅਬਿਆ ਪਰ ਨਿਜ ਕਰੁਣਾ ਕੀਜੈ। ਮਹਾਰਾਜ ਇਹਦੇ ਤੇ ਆਪਣੀ ਕਰੁਣਾ ਕਰੋ, ਇਹ ਤੁਹਾਡੀ ਦਾਸੀ ਹੈ। ਬਹੁਤ ਦਿਵਸ ਕੀ ਛੁਦਾ ਸੰਤਾਈ। ਮਹਾਰਾਜ ਇਹ ਦੁਖੀ ਆ ਕਿਉਂਕਿ ਬੜੇ ਸਮੇਂ ਦੀ ਇਹ ਭੁੱਖੀ ਹੈ, ਇਹ ਬੜੇ ਲੰਮੇ ਸਮੇਂ ਤੋਂ ਭੁੱਖੀ ਹੈ। ਮਹਿਮਾ ਤੁਮਰੀ ਲਖ ਨ ਸਕਾਈ। ਤੁਹਾਡੀ ਮਹਿਮਾ ਇਹਨੇ ਜਾਣੀ ਨਹੀਂ। ਇਹ ਕੀ ਸੁਨੀ ਦੀਨਤਾ ਜਬ ਹੀ। ਮਹਾਰਾਜ ਇਹਨੂੰ ਕਿਰਤਾਰਥ ਕਰੋ। ਇਹਦੀ ਜਦੋਂ ਦੀਨਤਾ ਸਤਿਗੁਰੂ ਜੀ ਨੇ ਵੇਖੀ, ਵੈ ਕਿਰਪਾਲ ਬਚ ਉਚਰੇ ਤਬ ਹੀ। ਕਿਰਪਾ ਦੇ ਘਰ ਵਿੱਚ ਆ ਕੇ ਸਾਹਿਬ ਜੀ ਬੋਲੇ, ਇਹ ਸਰੂਪ ਤੇ ਛਟਵੋ ਧਰੋ। ਮਹਾਰਾਜ ਜੀ ਕਹਿੰਦੇ ਹੁਣ ਸਾਡਾ ਪੰਜਵੇਂ ਜਾਮੇ ਤੱਕ ਸ਼ਾਂਤ ਸਰੂਪ ਹੈ, ਛੇਵਾਂ ਜਾਮਾ ਜਿਹੜਾ ਅਸੀਂ ਧਾਰਨ ਕਰਨਾ ਹੈ। ਤਬਿਆਂ ਕੋ ਤਨ ਤ੍ਰਿਪਤ ਸਕਰ ਹੋ। ਇਹਦੀ ਭੁੱਖ ਉਸ ਵੇਲੇ ਨਿਵਾਰਾਂਗੇ ਜਦੋਂ ਅਸੀਂ ਛੇਵੇਂ ਜਾਮੇ 'ਚ ਜੰਗ ਯੁੱਧ ਲੜਾਂਗੇ, ਉਦੋਂ ਇਹਨੂੰ ਸਵੀਕਾਰ ਕਰਾਂਗੇ। ਜੰਗ ਯੁੱਧ ਵਿੱਚ ਧਰਮ ਯੁੱਧ ਹੋਣਾ, ਕਿਉਂਕਿ ਇਹਦੀ ਤ੍ਰਿਪਤੀ ਧਰਮ ਯੁੱਧ 'ਚ ਹੀ ਹੋ ਸਕਦੀ ਹੈ, ਤੇ ਧਰਮ ਯੁੱਧ ਉਦੋਂ ਅਸੀਂ ਲੜਨੇ ਆ, ਉਦੋਂ ਇਹ ਤ੍ਰਿਪਤ ਹੋਵੇਗੀ। ਬਹਰੋ ਦਸਮ ਧਰੋ ਅਵਤਾਰਾ। ਉਦੋਂ ਛੇਵੇਂ ਜਾਮੇ ਵਿੱਚ ਤਾਂ ਅਸੀਂ ਥੋੜੀ ਭੁੱਖ ਹੀ ਨਿਵਾਰਾਂਗੇ, ਫਿਰ ਅਸੀਂ ਜਦੋਂ 10ਵਾਂ ਸਰੂਪ ਧਾਰਨ ਕਰਾਂਗੇ ਤਬ ਕਰ ਹੋ ਇੱਕ ਪੰਥ ਕਰਾਰਾ। ਕਹਿੰਦੇ 10ਵੇਂ ਸਰੂਪ ਵਿੱਚ ਅਸੀਂ ਤੇਜਸਵੀ ਪ੍ਰਤਾਪੀ ਪੰਥ ਖਾਲਸਾ ਪੰਥ ਬਣਾਵਾਂਗੇ, ਸਾਜਾਂਗੇ। ਹਾਂਜੀ, ਬਹੁਤ ਹੋਣਗੇ ਜਬ ਸੰਗਰਾਮਾ। ਕਹਿੰਦੇ ਸਾਡਾ ਜਦੋਂ ਪੰਥ ਹੋਵੇਗਾ ਪੈਦਾ 10ਵੇਂ ਜਾਮੇ 'ਚ ਸਾਜਾਂਗੇ। ਬੜੇ ਜੰਗ ਯੁੱਧ ਹੋਣਗੇ, ਬਹੁਤ ਜੰਗ ਯੁੱਧ ਹੋਣਗੇ। ਤਬਿਆਂ ਕੋ ਹੈ ਪੂਰਨ ਕਾਮਾ। ਉਦੋਂ ਇਹਦੀ ਕਾਮਨਾ ਪੂਰਨ ਹੋਵੇਗੀ, ਇਹ ਪੂਰਨ ਤੌਰ ਤੇ ਤ੍ਰਿਪਤ ਹੋ ਜਾਏਗੀ। ਵਿਦਾ ਕਰੇ ਬਰ ਦੇ ਕਰ ਦੋ। ਇਹ ਬਚਨ ਕਹਿ ਕੇ ਸਤਿਗੁਰਾਂ ਨੇ ਇਹਨੂੰ ਤੋੜ ਦਿੱਤਾ। ਗਵਨੇ ਨਿਜ ਇੱਛਾ ਜਿਤ ਸੋ। ਸਤਿਗੁਰੂ ਜੀ ਆਪਣੀ ਸਵੈ ਨਿਜ ਇੱਛਾ ਮੁਤਾਬਕ ਚੱਲ ਪਏ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੀ ਸੰਤੁਸ਼ਟੀ ਵਾਸਤੇ ਬਚਨ ਕਹੇ ਕਿ ਛੇਵੇਂ ਜਾਮੇ 'ਚ ਇਹਨੂੰ ਸੰਤੁਸ਼ਟ ਕਰਾਂਗੇ, ਫਿਰ 10ਵੇਂ ਜਾਮੇ 'ਚ ਮਹਾ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਇਹੋ ਜਿਹਾ ਤੇਜਸਵੀ ਪੰਥ ਖਾਲਸਾ ਪੰਥ ਸਾਜਾਂਗੇ ਔਰ ਇਹਦੀ ਸੰਪੂਰਨ ਤੌਰ ਤੇ ਕਾਮਨਾ ਪੂਰਨ ਹੋਵੇਗੀ। ਇਹ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ। ਖਾਲਸਾ ਜੀ, ਅੱਜ ਬੜਾ ਵੱਡਾ ਇਤਿਹਾਸਕ ਦਿਨ ਹੈ ਵੱਡੇ ਘੱਲੂਘਾਰੇ ਦਾ। ਇਹ ਉਹ ਦਿਨ ਹੈ ਜਿਸ ਦਿਨ 30 ਤੋਂ 40,000 ਸਿੰਘ ਸਿੰਘਣੀਆਂ ਬੱਚਿਆਂ ਦੀ ਅੱਜ ਦੇ ਦਿਨ ਇੱਕੋ ਦਿਨ ਹੀ ਸ਼ਹੀਦੀ ਹੋਈ ਹੈ। ਏਡੇ ਵੱਡੇ ਪੱਧਰ ਤੇ ਬੜੇ ਬੜੇ ਜੰਗ ਯੁੱਧ ਹੋਏ, ਕਦੇ ਇੰਨਾ ਨੁਕਸਾਨ ਨਹੀਂ ਸੀ ਹੋਇਆ ਪੰਥ ਦਾ। ਅਹਿਮਦ ਸ਼ਾਹ ਅਬਦਾਲੀ ਇਹਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ, ਸਰੋਵਰ ਪੂਰ ਕੇ ਤੇ ਪੰਥ ਦੇ ਉੱਤੇ ਆਣ ਪਿਆ। ਜਦੋਂ ਕੋਪਰਹੀੜਾ ਇੱਧਰ ਮਲੇਰਕੋਟਲੇ ਦੇ ਨੇੜੇ ਵੱਡੇ ਘੱਲੂਘਾਰੇ ਦੀ ਯਾਦਗਾਰ ਹੈ। ਕੋਪਰਹੀੜਾ ਕੁਤਬਾ ਬਾਹਮਣੀਏ ਪਿੰਡ ਨੇ, ਇੱਥੇ ਪੰਥ ਆਇਆ ਹੋਇਆ। ਇੱਥੇ ਅਬਦਾਲੀ ਨੇ ਤੇ ਸਰਹੰਦ ਦੇ ਜੈਨ ਖਾਂ ਨੇ ਹਮਲਾ ਕੀਤਾ। ਮਲੇਰਕੋਟਲੀਆ ਪਠਾਨ ਵੀ ਨਾਲ ਸੀ। ਉਧਰੋਂ ਜੱਸਾ ਸਿੰਘ ਜੀ ਆਹਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਚੜਤ ਸਿੰਘ ਜੀ ਸ਼ੁਕਰ ਚੱਕੀਆ, ਸ਼ਾਮ ਸਿੰਘ ਜੀ ਬੁੱਢੇ ਦਲੀਏ, ਜਿਨ੍ਹਾਂ ਨੂੰ ਮਿਸਲ ਕਰੋੜੀਆਂ ਦੇ ਜਥੇਦਾਰ ਵੀ ਕਹਿੰਦੇ। ਇਸੇ ਤਰ੍ਹਾਂ ਬਹੁਤ ਸਾਰੇ ਯੋਧੇ ਜੰਗ ਦੇ ਮੈਦਾਨ ਵਿੱਚ ਹਾਜ਼ਰ ਸੀ। ਵਹੀਰ ਸੀ, ਨਾਲ ਬੱਚੇ ਸੀ, ਬਜ਼ੁਰਗ ਸੀ, ਮਾਲ ਡੰਗਰ ਸੀ। ਇਸ ਕਰਕੇ ਸਿੰਘਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਿੱਛੇ ਆਪ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸੁਣੀ ਹੈ। ਉਹਦੇ 'ਚ ਸੁਣਿਆ ਕਿ ਚੜਤ ਸਿੰਘ ਸ਼ੁਕਰ ਚੱਕੀਆਂ ਦੇ ਨਾਲ 5 ਬੰਦੂਕਚੀ ਸੀ, ਬੰਦੂਕਾਂ ਭਰ ਕੇ ਦਿੰਦੇ। ਇਹ ਵਹੀਰ ਨਾਲ ਰਹਿੰਦੇ, ਬੱਚਿਆਂ ਨਾਲ, ਬਜ਼ੁਰਗਾਂ ਨਾਲ। ਜਿਹੜਾ ਕੋਈ ਦੁਸ਼ਮਣ ਨੇੜੇ ਆਉਂਦਾ ਬੰਦੂਕ ਦੀ ਗੋਲੀ ਮਾਰ ਕੇ ਉਹਨੂੰ ਉਸੇ ਜ਼ਮੀਨ ਤੇ ਭੋਏ ਸੁੱਟ ਦਿੰਦਾ। ਤੇ ਵਹੀਰ ਨੇ ਇੰਨੀ ਖੁਸ਼ੀ ਕੀਤੀ, ਬੱਚਿਆਂ ਨੇ, ਬਜ਼ੁਰਗਾਂ ਨੇ, ਮਾਈਆਂ ਨੇ ਚੜਤ ਸਿੰਘ ਦੇ ਉੱਤੇ ਬਖਸ਼ਿਸ਼ਾਂ ਕਰਕੇ ਵਰ ਦਿੱਤੇ। ਆਖਿਆ, ਚੜਤ ਸਿਆਂ ਤੇਰਾ ਅਟਕ ਦਰਿਆ ਤੋਂ ਪਾਰ ਤੱਕ ਰਾਜ ਹੋਵੇ। ਸਤਿ ਸ੍ਰੀ ਅਕਾਲ। ਦਰਾਏ ਖੈਬਰ ਤੱਕ ਤੇਰਾ ਰਾਜ ਹੋਵੇ। ਕੋਲੋਂ ਕੋਈ ਬੋਲਿਆ, ਤੇਰੇ ਕੋਲ ਜੰਮੂ ਦਾ ਵੀ ਰਾਜ ਹੋਵੇ। ਤੀਜਾ ਬੋਲਿਆ, ਕਹਿੰਦੇ ਉਹ ਤੈਨੂੰ ਕਸ਼ਮੀਰ ਦਾ ਵੀ ਰਾਜ ਪ੍ਰਾਪਤ ਹੋਵੇ। ਕਹਿੰਦਾ ਤੈਨੂੰ ਮੁਲਤਾਨ ਵੀ ਮਿਲੇ, ਪਿਸ਼ਾਵਰ ਵੀ ਮਿਲੇ।
ਇਹ ਬਖਸ਼ਿਸ਼ਾਂ ਹੁੰਦੀਆਂ ਚਲੀਆਂ ਗਈਆਂ ਤੇ ਭਾਈ ਚੜ੍ਹਤ ਸਿੰਘ ਜੀ ਲੜਦੇ ਚਲੇ ਗਏ। ਉਹ ਵਰ ਪੂਰੇ ਹੋਏ ਪੰਥ ਦੇ, ਜਿਹੜੇ ਅੱਜ ਦੇ ਦਿਨ ਕੀਤੇ ਖਾਲਸੇ ਨੇ, ਵਹੀਰ ਨੇ, ਉਹ ਵਰ ਪੂਰੇ ਹੋਏ। ਚੜ੍ਹਤ ਸਿੰਘ ਦੇ ਘਰ ਉਹਦਾ ਪੁੱਤ ਜੰਮਿਆ ਮਾਹ ਸਿੰਘ, ਉਹਦੇ ਘਰ ਪੁੱਤ ਜੰਮਿਆ ਚੜ੍ਹਤ ਸਿੰਘ ਦਾ ਪੋਤਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਤੇ ਪੰਥ ਦਾ ਬਚਨ ਪੂਰਾ ਹੋਇਆ ਤੇ ਉਹਨਾਂ ਦਾ ਰਾਜ ਸਥਾਪਿਤ ਹੋਇਆ ਖਾਲਸੇ ਦਾ। ਜੱਸਾ ਸਿੰਘ ਜੀ ਆਹਲੂਵਾਲੀਆ ਜੋ ਪੰਥ ਦੇ ਚੌਥੇ ਜਰਨੈਲ ਸਨ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਨ, ਉਹ ਲੜ ਰਹੇ, ਘੋੜਾ ਉਹਨਾਂ ਦਾ ਥੱਕ ਗਿਆ, ਤੁਰੇ ਨਾ। ਬਾਬਾ ਜੱਸਾ ਸਿੰਘ ਜੀ ਦੇ ਸਰੀਰ ਤੇ 22 ਫੱਟ ਲੱਗੇ ਹੋਏ ਬਾਬਾ ਜੀ ਆਹਲੂਵਾਲੀਆ ਜੀ ਦੇ, ਤੇ ਸਰੀਰ ਚੋਂ ਖੂਨ ਨੁੱਚੜ ਰਿਹਾ, ਘੋੜਾ ਹੰਬ ਗਿਆ, ਜ਼ਖਮੀ ਹੈ। ਉਹਨਾਂ ਦਾ ਇੱਕ ਚੇਲਾ ਸੀ, ਉਹਦਾ ਨਾਂ ਸੀ ਭਾਈ ਗੁਰਮੁਖ ਸਿੰਘ। ਉਹਨੇ ਵੇਖਿਆ ਘੋੜਾ ਟੁਰਦਾ ਨੂੰ, ਉਹਨੇ ਪਿੱਛੋਂ ਚਾਬਕ ਮਾਰੀ। ਬਾਬਾ ਜੱਸਾ ਸਿੰਘ ਜੀ ਨੇ ਉਸੇ ਵੇਲੇ ਮੁੜ ਕੇ ਆਖਿਆ, ਉਹ ਗੁਰਮੁਖ ਸਿਆ ਮੈਨੂੰ ਕਾਇਰ ਬਣਾਉਣ ਲੱਗਾ, ਘੋੜੇ ਨੂੰ ਚਾਬਕ ਮਾਰ ਕੇ ਭਜਾਏਗਾ ਤੇ ਮੈਂ ਪੰਥ 'ਚ ਕੀ ਮੂੰਹ ਲੈ ਕੇ ਬੈਠਾਂਗਾ ਜਦੋਂ ਕੱਲ ਨੂੰ ਪੰਥ 'ਚ ਹਾਜ਼ਰ ਹੋਵਾਂਗਾ ਤੇ ਲੋਕ ਆਖਣਗੇ ਕਿ ਜੱਸਾ ਸਿੰਘ ਆਪਣੇ ਚੇਲੇ ਕੋਲੋਂ ਘੋੜੇ ਨੂੰ ਚਾਬਕ ਮਰਵਾ ਕੇ ਜੰਗ ਦਾ ਮੈਦਾਨ ਛੱਡ ਕੇ ਦੌੜ ਗਿਆ। ਖਬਰਦਾਰ ਜੇ ਘੋੜੇ ਨੂੰ ਚਾਬਕ ਮਾਰੀ ਜੇ। ਇਹ ਸੀ ਸਾਡੇ ਪੰਥ ਦੇ ਜਰਨੈਲ। ਹੁਣ ਤਾਂ ਕਹਿੰਦੇ ਲੜਾਈ ਕਰਾ ਕੇ ਛੇਤੀ ਨਾਲ ਸੱਜੇ ਖੱਬੇ ਭੱਜ ਜਾਈਏ, ਆਪੇ ਮਰਦੇ ਰਹਿਣ। ਪਰ ਬਾਬਾ ਜੱਸਾ ਸਿੰਘ ਜੀ ਕਹਿੰਦੇ ਮੈਂ ਇਸ ਰਣ ਭੂਮੀ ਨੂੰ ਛੱਡ ਕੇ ਨਹੀਂ ਜਾਣਾ। ਬੜੀ ਸੂਰਬੀਰਤਾ ਨਾਲ ਲੜੇ। ਪੰਥ ਚੱਲਦਾ ਚੱਲਦਾ ਇਧਰ ਮਾਲਵੇ ਵੱਲ ਚਲਾ ਗਿਆ ਤੇ ਅਬਦਾਲੀ ਵਾਪਸ ਪਰਤਿਆ ਲਾਹੌਰ ਨੂੰ। 2-2.5 ਮਹੀਨੇ ਦਾ ਸਮਾਂ ਨਹੀਂ ਬੀਤਿਆ ਹੋਣਾ, ਜ਼ਖਮੀ ਸਿੰਘ ਰਾਜੀ ਹੋ ਗਏ। 30 ਤੋਂ 40 ਹਜ਼ਾਰ ਸਿੰਘ, ਯਾਨੀ ਕਿ ਟੋਟਲ ਲੱਖ ਸਿੰਘ ਸੀ ਕੁੱਲ ਗਿਣਤੀ, ਜਿਹਦੇ ਚੋਂ 40 ਹਜ਼ਾਰ ਦੇ ਨੇੜੇ ਸ਼ਹੀਦੀਆਂ ਪਾ ਗਏ। ਏਡਾ ਵੱਡਾ ਨੁਕਸਾਨ ਹੋਇਆ ਪੰਥ ਦਾ। ਤੇ 2-2.5 ਮਹੀਨਿਆਂ ਵਿੱਚ ਹੀ ਦੁਬਾਰਾ ਰਾਜੀ ਬਾਜੀ ਹੋ ਕੇ ਤਿਆਰ ਹੋ ਕੇ, ਅਜੇ ਅਬਦਾਲੀ ਲਾਹੌਰ ਹੀ ਬੈਠਾ ਸੀ, ਜਾ ਘੇਰਿਆ ਉਹਦੀਆਂ ਫੌਜਾਂ ਨੂੰ, ਵਾਪਸ ਘੇਰ ਕੇ ਲਿਆਂਦਾ। ਜਿਹੜੇ ਸਰੋਵਰ ਪੂਰ ਗਏ ਸੀ, ਦਰਬਾਰ ਸਾਹਿਬ ਢਾਹ ਗਏ ਸੀ, ਉੱਥੋਂ ਜਦੋਂ ਕੁੱਪੇ ਪਾ ਕੇ ਬਰੂਦ ਦੇ ਮਹਾਰਾਜ ਜੀ ਦਾ ਦਰਬਾਰ ਉਡਾਇਆ ਨਾ, ਤੇ ਨੱਕ ਦੇ ਉੱਤੇ ਆ ਕੇ ਇੱਟ ਵੱਜੀ ਸੀ ਅਬਦਾਲੀ ਦੇ, ਜ਼ਖਮੀ ਸੀ। ਤੇ ਉਸ ਵੇਲੇ ਅਬਦਾਲੀ ਦੀਆਂ ਫੌਜਾਂ ਨੂੰ ਹੀ ਘੇਰ ਕੇ ਸਿੰਘਾਂ ਨੇ ਲਿਆਂਦਾ ਤੇ ਸਰੋਵਰ ਆਖਿਆ, ਜਿਨ੍ਹਾਂ ਹੱਥਾਂ ਨਾਲ ਮਿੱਟੀ ਪਾਈ ਆ ਬਾਹਰ ਕੱਢੋ। ਉਹਨਾਂ ਕੋਲੋਂ ਹੀ ਨਾਲ ਹੋ ਕੇ ਸੇਵਾ ਕਰਵਾਈ ਤੇ ਦਰਬਾਰ ਸਾਹਿਬ ਦੀ ਨਵੀਂ ਉਸਾਰੀ ਸਿੰਘ ਸਾਹਿਬ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਜੀ ਨੇ ਕਰਵਾਈ, ਜਿਹਦੇ ਹੁਣ ਤੁਸੀਂ ਦਰਸ਼ਨ ਕਰਦੇ ਹੋ। ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੇ ਔਰ ਸਮੁੱਚੇ ਪੰਥ ਨੇ ਆਪਣੇ ਹੱਥੀਂ ਸੇਵਾ ਕਰਕੇ ਤਿਆਰ ਕੀਤਾ। ਸ਼ੇਰੇ ਪੰਜਾਬ ਨੇ ਬਾਅਦ ਵਿੱਚ ਉੱਤੇ ਪੱਥਰ ਦੀ ਤੇ ਸੋਨੇ ਦੀ ਸੇਵਾ ਜਿਹੜੀ ਉਹ ਬਾਅਦ ਵਿੱਚ ਹੋਈ। ਵੱਡੇ ਘੱਲੂ ਘਾਰੇ ਦੇ ਉਹਨਾਂ ਸਮੂਹ ਸ਼ਹੀਦਾਂ ਨੂੰ, ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ, ਜਦੋਂ 40 ਹਜ਼ਾਰ ਦੇ ਨੇੜੇ ਸਿੰਘ ਸ਼ਹੀਦ ਹੋ ਗਏ ਤੇ ਉਦੋਂ ਸਿੰਘ ਨਮੋਸ਼ੀ 'ਚ ਨਹੀਂ ਆਏ, ਸਗੋਂ ਇੱਕ ਸਿੰਘ ਕੁਤਬਾ ਬਾਹਮਣੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਪਿੰਡ ਤੇ ਉੱਚੇ ਟਿੱਬੇ ਤੇ ਖਲੋ ਕੇ ਕਹਿਣ ਲੱਗਾ, ਖਾਲਸਾ ਜੀ ਫਿਕਰ ਨਾ ਕਰੋ, ਤੱਤ ਰਹਿ ਗਿਆ ਤੱਤ। ਉੱਥੇ ਉਹਨੂੰ ਇਹ ਵੀ ਕਹਿਣਾ ਪਿਆ, ਕਿਉਂਕਿ ਜਦੋਂ ਮਾਰੋ ਮਾਰ ਨੁਕਸਾਨ ਹੀ ਹੁੰਦਾ ਚੱਲਿਆ ਜਾ ਰਿਹਾ ਸੀ, ਤਾਂ ਇੱਕ ਸਿੰਘ ਨੇ ਵੀ ਆਖਿਆ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਕੇ ਕਲਗੀਧਰ ਜੀ ਦੇ ਚਰਨਾਂ 'ਚ, ਮਹਾਰਾਜ ਪੰਥ ਨਾ ਰਹੋਗੋ ਨਾਥ, ਤੇਰੋ ਗ੍ਰੰਥ ਕੌਣ ਮਾਨੈ ਗੋ। ਮਹਾਰਾਜ ਜੇ ਪੰਥ ਨਾ ਰਿਹਾ ਤੇ ਗ੍ਰੰਥ ਦੀ ਕਿਵੇਂ ਸੰਸਾਰ ਵਿੱਚ ਮਰਿਆਦਾ ਚੱਲੇਗੀ। ਕਿਰਪਾ ਕਰੋ, ਆਪਣੇ ਪੰਥ ਦੀ ਰਾਖੀ ਕਰੋ। ਤਾਂ ਅਬਦਾਲੀ ਸਤਾਇਆ ਹੋਇਆ ਵੇਖਿਆ ਵੀ ਪਿਆਸ ਨਾਲ ਫੌਜ ਜਿਹੜੀ ਆ ਬੇਬਲ ਹੋਈ ਤੇ ਵਾਪਸ ਪਰਤ ਗਏ। ਉਹ ਵੱਡੇ ਘੱਲੂ ਘਾਰੇ ਦਾ ਦਿਨ ਜੋ 1762 ਈਸਵੀ 'ਚ ਹੋਇਆ, ਵੱਡੇ ਘੱਲੂ ਘਾਰੇ ਦੇ ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ ਔਰ ਅਰਦਾਸ ਹੈ ਗੁਰੂ ਚਰਨਾਂ 'ਚ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਤਿਗੁਰੂ ਜੀ ਸਾਨੂੰ ਬਲ ਬੁੱਧੀ ਤੇ ਪ੍ਰੇਰਣਾ ਬਖਸ਼ਿਸ਼ ਕਰਨ। ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਆਂ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਲਰੈ
दीन के हेत, जो लरै दीन के हेत। पुरजा कट मरै, पुरजा कट मरै। पुरजा कट मरै, पुरजा कट मरै। कबहू न छाड़ै खेत, कबहू न छाड़ै खेत। कबहू न छाड़ै खेत, कबहू न छाड़ै खेत। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु। हे अच्युत हे पार ब्रह्म, अविनाशी अगनास। हे पुरन हे सर्वमय। दुख भंजन गुणतास। हे संगी हे निरंकार। हे निर्गुण सब टेक। हे गोविंद हे गुण निधान। क्या कै सदा विवेक। हे अपरंपर हर हरे। भी हो वनहार। हे संतः कै सदा संग। निधारा आधार। हे ठाकुर हो दासरो। मैं निर्गुण गुण नहीं कोई। नानक दीजै नाम दान। राखो हिया परो। आए प्रभ शरणागति। कृपा निध दयाल। एक अखर हर मन बस्त। नानक होत निहाल। वाहिगुरु नाम जहाज है। चढ़े सोतरे पार। जो शरदा कर से बंदे। गुर पार उतारण हार। वाहिगुरु नाम जहाज है। चढ़े सोतरे पार। जो शरदा कर से बंदे। गुर पार उतारण हार। वाहिगुरु जी का खालसा, वाहिगुरु जी की फतेह।